ਫੈਡਰਲ ਸਰਕਾਰ ਨੇ ਇਹ ਗੱਲ ਕਹੀ ਹੈ ਵੀ ਇਸ ਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ, ਪਰ ਜਦੋਂ ਤੱਕ ਵੈਕਸੀਨੇਸ਼ਨ ਕੰਪਲੀਟ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਹੈ ਕੈਨੇਡਾ ਤੇ ਜਿਹੜਾ US ਦਾ ਬਾਰਡਰ ਹੈ ਉਹ ਨਹੀਂ ਖੁੱਲੇਗਾ। ਲੈਂਡ ਜ਼ਰੀਏ ਜਿਹੜੇ ਆਉਂਦੇ ਨੇ ਉਹ ਵੀ ਕਹਿ ਰਹੇ ਨੇ ਵੀ ਪਾਬੰਦੀਆਂ ਦੇ ਵਿੱਚ ਢਿੱਲ ਦੇਵੋ, ਕਾਰੋਬਾਰ ਤੇ ਅਸਰ ਪੈ ਰਿਹਾ ਹੈ। ਜਿਹੜੀਆਂ ਦੋਨੋਂ ਡੋਜ਼ ਹੈ ਜਿਨ੍ਹਾਂ ਨੂੰ ਮਿਲ ਚੁੱਕੀਆਂ ਨੇ, ਵੈਕਸੀਨ ਲੱਗ ਚੁੱਕੀ ਹੈ, ਹੋ ਸਕਦਾ ਹੈ ਕਿ ਉਹਨਾਂ ਲਈ ਯਾਤਰੀਆਂ ਪਾਬੰਦੀਆਂ ਦੇ ਵਿੱਚ ਕੁਝ ਢਿੱਲ ਮਿਲ ਜਾਏ। ਗੈਂਗਸਟਰ ਜੈਪਾਲ ਭੁੱਲਰ ਦਾ ਇਨਕਾਊਂਟਰ ਕਰ ਦਿੱਤਾ ਗਿਆ। ਇਨਕਾਊਂਟਰ ਹੋਇਆ ਕਲਕੱਤਾ ਦੇ ਵਿੱਚ, ਇਨਕਾਊਂਟਰ ਹੋਇਆ। ਪੁਲਿਸ ਨੂੰ ਖਬਰ ਮਿਲੀ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਜਿਹੜੀ ਹੈ ਉਹ ਕਲਕੱਤਾ ਦੀ ਪੁਲਿਸ ਦੇ ਨਾਲ ਮਿਲ ਕੇ ਇਹ ਇਨਕਾਊਂਟਰ ਕੀਤਾ ਗਿਆ। ਤੇ ਬਹੁਤ ਸਾਰੇ ਗੈਂਗਸਟਰ ਜਿਹੜੇ ਪੁਲਿਸ ਖਤਮ ਕਰ ਚੁੱਕੀ ਹੈ, ਬਹੁਤ ਸਾਰੇ ਗੈਂਗਸਟਰ ਜਿਹੜੇ ਆ ਉਹ ਦੇਸ਼ ਛੱਡ ਕੇ ਬਾਹਰ ਵੀ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਹੈਰੀ ਚੱਠਾ ਦਾ ਨਾਮ ਮੁੱਖ ਤੌਰ ਤੇ ਹੁੰਦਾ ਹੈ। ਐਸਆਈ ਭਗਵਾਨ ਸਿੰਘ, ਐਸਆਈ ਦਲਿੰਦਰ ਸਿੰਘ ਨੂੰ ਜਦੋਂ ਮਾਰਿਆ ਇੱਥੋਂ ਵੀ ਹਥਿਆਰ ਖੋਹ ਕੇ ਲੈ ਗਏ ਸੀ। ਪਹਿਲਾਂ ਵੀ ਇਹਨਾਂ ਨੇ ਹਥਿਆਰ ਸਨੈਚ ਕੀਤੇ ਸੀ, ਉਹ ਸਾਰੇ ਹਥਿਆਰ ਇਹਨਾਂ ਕੋਲ ਸੀ, ਮਾਰੂ ਹਥਿਆਰ ਸੀ। ਕਿ ਜਿਹੜੀ ਇਹਨਾਂ ਦੇ ਤਾਰ ਜਿਹੜੇ ਆ ਉਹ ਪਾਕਿਸਤਾਨ ਨਾਲ ਵੀ ਜੁੜਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ। ਬਹੁਤ ਵਾਰ ਇੱਥੇ ਆਪਾਂ ਬਾਰਡਰ ਬੈਲਟ 'ਚ ਕੰਮ ਕਰਦੇ ਆ, ਬਹੁਤ ਵਾਰ ਜਿਹੜੇ ਹਥਿਆਰ ਆਉਂਦੇ ਨੇ, ਹੈਰੋਇਨ ਆਉਂਦੀ ਹੈ, ਉਹ ਸਾਰੇ ਇਹਨਾਂ ਦੇ ਗੈਂਗਸਟਰ ਦਾ ਔਰ ਟੈਰਰਿਸਟ ਦਾ, ਸਾਰਿਆਂ ਦਾ, ਸਮਗਲਰਸ ਦਾ, ਇਹਨਾਂ ਦਾ ਆਪਸ ਦਾ ਨੈਕਸਸ ਜਿਹੜਾ ਉਹ ਬੜਾ ਵੱਡਾ ਬਣ ਗਿਆ ਹੋਇਆ, ਡੈਡਲੌਕ ਬਣਿਆ ਹੋਇਆ। ਦੋਵੇਂ ਪਾਸਿਓਂ ਜਿਹੜੀ ਗੱਲਬਾਤ ਨਹੀਂ ਹੋ ਰਹੀ। ਕਿਸਾਨਾਂ ਨੇ ਉਹ ਚੀਜ਼ ਨੂੰ ਫੇਰ ਤੋੜਿਆ, ਕਿਤੇ ਕਿਸਾਨਾਂ ਤੇ ਫੇਰ ਦੋਸ਼ ਨਾ ਲੱਗੇ। ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਚਿੱਠੀ ਲਿਖੀ ਗਈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਪਤਾ ਨਹੀਂ ਕਿੰਨੀਆਂ ਕਿ ਮੀਟਿੰਗਸ ਹੋ ਚੁੱਕੀਆਂ, ਹਰ ਮੀਟਿੰਗ ਦੇ ਵਿੱਚ ਇਹ ਮੁੱਦੇ ਬੜੀ ਬਾਰੀਕੀ ਨਾਲ, ਔਰ ਕਿਸਾਨਾਂ ਨੂੰ ਜਿੰਨੀ ਨੌਲੇਜ ਹੈ, ਮੇਰਾ ਖਿਆਲ ਇਸ ਖੇਤੀਬਾੜੀ ਮੰਤਰੀ ਨੂੰ ਵੀ ਉਨੀ ਨੌਲੇਜ ਨਹੀਂ ਹੋਏਗੀ। ਹੁਣ ਜਿੱਥੇ ਸਟੇਟ ਦਾ CM ਵਰਸਸ PM ਬਣਾਇਆ ਗਿਆ, ਉੱਥੇ ਨਰਿੰਦਰ ਮੋਦੀ ਨੂੰ ਮੂੰਹ ਦਿਖਾਣੀ ਪਈ। ਇਸੇ ਕਰਕੇ ਹੁਣ ਯੂਪੀ ਦੇ ਵਿੱਚ ਜਿਹੜੇ ਹਾਲਾਤ ਨੇ ਉਹਦੇ ਵਿੱਚ ਜਿਹੜੇ ਬੈਨਰ ਲਾਏ ਜਾ ਰਹੇ ਨੇ, ਪੋਸਟਰ ਲਾਏ ਜਾ ਰਹੇ ਨੇ, ਉਹ 'ਚ ਨਰਿੰਦਰ ਮੋਦੀ ਦਾ ਚਿਹਰਾ ਨਿਰਧਾਰਿਤ ਕੀਤਾ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਕ ਸਾਡੇ ਬਿਲਕੁਲ ਠੀਕ ਹੋਣਗੇ। ਔਰ ਜ਼ਾਹਿਰ ਜੀ ਗੱਲ ਹੈ ਅੱਜ ਮੌਸਮ ਥੋੜ੍ਹਾ ਜਿਹਾ ਠੰਡਾ ਹੈ ਇੱਥੇ ਸਰੀ ਦੇ ਵਿੱਚ, ਅਤੇ ਭਾਰਤ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਇਹਨਾਂ ਦਿਨਾਂ ਦੇ ਵਿੱਚ ਹੋ ਰੱਖੀ ਹੈ। ਔਰ ਅਸੀਂ ਜਾਣਦੇ ਹਾਂ ਭਾਰਤ ਦੇ ਵਿੱਚ ਅਸੀਂ ਸਾਰੇ ਉੱਥੋਂ ਹੀ ਆਏ ਹਾਂ, ਅਤੇ ਜੂਨ ਜੁਲਾਈ ਦਾ ਮੌਸਮ ਜਿਹੜਾ ਕਾਫੀ ਗਰਮ ਹੁੰਦਾ ਹੈ। ਸੋ ਇੱਥੇ ਸਰੀ ਦੇ ਵਿੱਚ ਜਿਹੜਾ ਵੈਦਰ ਹੈ ਉਹ ਬਦਲਦਾ ਰਹਿੰਦਾ ਹੈ, ਔਰ ਮੌਸਮ ਦੇ ਮਿਜਾਜ਼ ਦੇ ਹਿਸਾਬ ਦੇ ਨਾਲ ਜਿਹੜਾ ਕਦੀ ਗਰਮੀ ਹੋ ਜਾਂਦੀ ਹੈ ਅਤੇ ਕਦੀ ਸਰਦੀ। ਅੱਜ ਥੋੜ੍ਹਾ ਠੰਡਾ ਮੌਸਮ ਹੈ। ਸੋ ਅਪਡੇਟਸ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਕਿ ਟਰੈਵਲ ਦੇ ਵਿੱਚ ਜਿਹੜੀਆਂ ਥੋੜ੍ਹੀਆਂ ਜਿਹੀਆਂ ਢਿੱਲ ਮਿਲ ਜਾਏ ਪਾਬੰਦੀਆਂ ਦੇ ਵਿੱਚ। ਯਾਤਰੀਆਂ ਦੇ ਜਿਹੜੀ ਹੈ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਵੀ ਟਰੈਵਲ ਜਿਹੜਾ ਹੈ ਸਪੈਸ਼ਲੀ ਕੈਨੇਡਾ ਅਤੇ ਅਮਰੀਕਾ ਦੇ ਬਾਰਡਰ ਨੂੰ ਲੈ ਕੇ ਬਾਰ-ਬਾਰ ਇਹ ਮੰਗ ਉੱਠ ਰਹੀ ਹੈ ਵੀ ਉਹਨੂੰ ਖੋਲ੍ਹ ਦਿੱਤਾ ਜਾਏ। ਕਾਰੋਬਾਰ ਦੇ ਉੱਤੇ ਕਾਫੀ ਜ਼ਿਆਦਾ ਅਸਰ ਜਿਹੜਾ ਪਏਗਾ। ਹਾਲਾਂਕਿ ਫੈਡਰਲ ਸਰਕਾਰ ਨੇ ਇਹ ਗੱਲ ਕਹੀ ਹੈ ਵੀ ਇਸ ਦੇ ਉੱਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ, ਪਰ ਜਦੋਂ ਤੱਕ ਵੈਕਸੀਨੇਸ਼ਨ ਕੰਪਲੀਟ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਹੈ ਕੈਨੇਡਾ ਤੇ ਜਿਹੜਾ US ਦਾ ਬਾਰਡਰ ਹੈ ਉਹ ਨਹੀਂ ਖੁੱਲੇਗਾ। ਲੈਂਡ ਜ਼ਰੀਏ ਜਿਹੜੇ ਆਉਂਦੇ ਨੇ ਉਹ ਵੀ ਕਹਿ ਰਹੇ ਨੇ ਵੀ ਪਾਬੰਦੀਆਂ ਦੇ ਵਿੱਚ ਢਿੱਲ ਦੇਵੋ, ਕਾਰੋਬਾਰ ਤੇ ਅਸਰ ਪੈ ਰਿਹਾ ਹੈ, ਤੇ ਜੇ ਸਮਾਂ ਰਹਿੰਦੇ ਹੋਏ ਜਾਂ ਜੁਲਾਈ ਦੇ ਐਂਡ ਤੱਕ, ਅਗਸਤ ਤੱਕ ਕੋਈ ਡਿਸੀਜ਼ਨ ਨਾ ਲਿੱਤਾ ਗਿਆ ਤਾਂ ਕਾਰੋਬਾਰ ਜਿਹੜੇ ਨੇ ਕਾਫੀ ਠੱਪ ਹੋ ਜਾਣਗੇ। ਹੁਣ ਇਸ ਤੇ ਫੈਡਰਲ ਸਰਕਾਰ ਨੇ ਇਹ ਗੱਲ ਕਹੀ ਹੈ ਵੀ ਜਿਨ੍ਹਾਂ ਨੂੰ ਜਿਹੜੇ ਫੁੱਲੀ ਵੈਕਸੀਨੇਟਿਡ ਨੇ, ਯਾਨੀ ਕਿ ਜਿਹੜੀਆਂ ਦੋਨੋਂ ਡੋਜ਼ ਹੈ ਜਿਨ੍ਹਾਂ ਨੂੰ ਮਿਲ ਚੁੱਕੀਆਂ ਨੇ, ਵੈਕਸੀਨ ਲੱਗ ਚੁੱਕੀ ਹੈ, ਹੋ ਸਕਦਾ ਹੈ ਕਿ ਉਹਨਾਂ ਲਈ ਯਾਤਰੀਆਂ ਪਾਬੰਦੀਆਂ ਦੇ ਵਿੱਚ ਕੁਝ ਢਿੱਲ ਮਿਲ ਜਾਏ, ਟਰੈਵਲ ਜਿਹੜਾ ਉਹਨਾਂ ਲਈ ਈਜ਼ ਕਰ ਦਿੱਤਾ ਜਾਏ। ਔਰ ਉਮੀਦ ਕੀਤੀ ਜਾ ਰਹੀ ਹੈ ਵੀ ਅੱਜ ਵੀ ਇਸ ਦੇ ਉੱਤੇ ਜਿਹੜਾ ਕੁਝ ਕਾਨਫਰੰਸ ਹੋਏਗੀ ਅਤੇ ਕੋਈ ਨਾ ਕੋਈ ਜਿਹੜੀ ਹੈ ਢਿੱਲ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਵਿੱਚ ਢਿੱਲ ਦੀ ਕੋਈ ਖਬਰ ਸਾਹਮਣੇ ਆ ਸਕਦੀ ਹੈ। ਚੈਨਲ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾਂ ਚੈਨਲ ਪੰਜਾਬੀ ਦੇ ਜਿਹੜੇ ਵੀ ਕਿਸੇ ਵੀ ਮਾਧਿਅਮ ਨਾਲ ਤੁਸੀਂ ਜੁੜੇ ਹੋਏ ਹੋ, TV ਜ਼ਰੀਏ ਵੀ ਤੁਸੀਂ ਇਸ ਰਿਪੋਰਟ ਨੂੰ ਦੇਖ ਸਕਦੇ ਹੋ। ਜਿਵੇਂ ਹੀ ਅਪਡੇਟ ਹੋਏਗੀ ਤਾਂ ਇਹ ਰਿਪੋਰਟ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਲਿਆਵਾਂਗੇ ਕਿ ਟਰੈਵਲ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਦੇ ਵਿੱਚ ਕਿਹਨਾਂ ਨੂੰ ਢਿੱਲ ਦਿੱਤੀ ਗਈ ਹੈ ਅਤੇ ਕਿਹੜੀਆਂ ਹਦਾਇਤਾਂ ਜਿਹੜੀਆਂ ਨੇ ਉਹਨਾਂ ਦੀ ਪਾਲਣਾ ਕਰਨੀ ਪਏਗੀ, ਉਹਨਾਂ ਦਾ ਖਿਆਲ ਰੱਖਣਾ ਪਏਗਾ ਕਿ ਕਿਵੇਂ ਜਿਹੜੀ ਹੈ ਯਾਤਰਾ ਜਿਹੜੀ ਹੈ ਉਹ ਸੁਖਾਲੀ ਕਿਹੜੇ ਲੋਕਾਂ ਲਈ ਹੋ ਸਕਦੀ ਹੈ। ਸੋ ਬਣੇ ਰਹਿਣਾ ਸਾਡੇ ਨਾਲ ਤੇ ਆਪਾਂ ਇਸ ਤੇ ਡਿਸਕਸ ਕਰਦੇ ਰਵਾਂਗੇ। ਇਸ ਤੋਂ ਇਲਾਵਾ ਇਹ ਦੱਸਦੇ ਕਿ ਭਾਰਤ ਦੀਆਂ ਸਰਗਰਮੀਆਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੋਏਗਾ ਕਿਉਂਕਿ ਹੁਣ ਤੱਕ ਤਾਂ ਵੀਡੀਓ ਵੀ ਤੁਹਾਡੇ ਸਾਰਿਆਂ ਤੱਕ ਪਹੁੰਚ ਗਈ ਹੋਏਗੀ ਕਿ ਜਿਹੜਾ ਗੈਂਗਸਟਰ ਹੈ ਜੈਪਾਲ ਭੁੱਲਰ, ਗੈਂਗਸਟਰ ਜੈਪਾਲ ਭੁੱਲਰ ਦਾ ਇਨਕਾਊਂਟਰ ਕਰ ਦਿੱਤਾ ਗਿਆ। ਇਨਕਾਊਂਟਰ ਹੋਇਆ ਕਲਕੱਤਾ ਦੇ ਵਿੱਚ, ਇਨਕਾਊਂਟਰ ਹੋਇਆ। ਪੁਲਿਸ ਨੂੰ ਖਬਰ ਮਿਲੀ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਜਿਹੜੀ ਹੈ ਉਹ ਕਲਕੱਤਾ ਦੀ ਪੁਲਿਸ ਦੇ ਨਾਲ ਮਿਲ ਕੇ ਇਹ ਇਨਕਾਊਂਟਰ ਕੀਤਾ ਗਿਆ। ਜੈਪਾਲ ਭੁੱਲਰ ਅਸੀਂ ਸਾਰੇ ਜਾਣਦੇ ਆ ਵੀ ਲੋੜੀਂਦਾ ਸੀ ਪੁਲਿਸ ਨੂੰ ਕਾਫੀ ਸਮੇਂ ਤੋਂ, ਔਰ ਜਿਸ ਵੇਲੇ ਜਗਰਾਓਂ ਦੇ ਵਿੱਚ ਜਿਹੜਾ ਹੈ ਉਸ ਵੇਲੇ ਗੋਲੀਬਾਰੀ ਜਦੋਂ ਹੋਈ ਸੀਗੀ ਤਾਂ ਉਦੋਂ ਤੋਂ ਹੀ ਲੋੜੀਂਦਾ ਸੀ ਜੈਪਾਲ ਭੁੱਲਰ। ਔਰ ਇਹ ਕਿਹਾ ਜਾ ਰਿਹਾ ਸੀ ਵੀ ਜੈਪਾਲ ਭੁੱਲਰ ਕਾਫੀ ਸਮੇਂ ਤੋਂ ਛਿਪਿਆ ਹੋਇਆ ਸੀਗਾ ਔਰ ਕਾਫੀ ਦੇਰ ਤੋਂ ਉਸਦੀ ਜਾਣਕਾਰੀ ਨਹੀਂ ਮਿਲ ਰਹੀ ਸੀ। ਕਦੀ ਨੇਪਾਲ ਦੀ ਗੱਲ ਸਾਹਮਣੇ ਆ ਰਹੀ ਸੀ, ਕਦੀ ਕਲਕੱਤਾ ਦੀ ਗੱਲ ਸਾਹਮਣੇ ਆ ਰਹੀ ਸੀ। ਕਿਹਾ ਜਾ ਰਿਹਾ ਸੀਗਾ ਕਿ ਵੈਸਟ ਬੰਗਾਲ ਦੇ ਵਿੱਚ ਵੀ ਛੁਪਿਆ ਹੋ ਸਕਦਾ ਹੈ। ਤੇ ਹੁਣ ਦੱਸਦੇ ਵੀ ਗੈਂਗਸਟਰ ਜੈਪਾਲ ਭੁੱਲਰ ਦਾ ਇਨਕਾਊਂਟਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਔਰ 2 ASI ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਕਾਫੀ ਲੰਬੇ
ਸਮੇਂ ਤੋਂ ਲੋੜੀਂਦਾ ਸੀ। ਪੁਲਿਸ ਨੇ ਪੰਜਾਬ ਦੇ ਵਿੱਚ 2 ਥਾਣੇਦਾਰਾਂ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਮੁਕਾਬਲੇ ਦੇ ਵਿੱਚ ਫਿਲਹਾਲ ਮਾਰ ਮੁਕਾਇਆ ਹੈ। ਜਾਣਕਾਰੀ ਜੋ ਮਿਲੀ ਹੈ ਉਸ ਦੇ ਮੁਤਾਬਕ ਪੁਲਿਸ ਨੇ ਕੋਲਕਾਤਾ ਦੇ ਵਿੱਚ ਦੋਵਾਂ ਨੂੰ ਮੁਕਾਬਲੇ ਵਿੱਚ ਮਾਰਿਆ ਹੈ ਅਤੇ ਇਸ ਮੁਤਾਬਕ 2 ਤੇ 3 ਸੂਬਿਆਂ ਦੀ ਪੁਲਿਸ ਦੇ ਵੱਲੋਂ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਜਿਹੜਾ ਹੈ ਉਹ ਦਿੱਤਾ ਗਿਆ ਹੈ। ਪੁਲਿਸ ਨੂੰ ਸੂਹ ਮਿਲੀ ਸੀ ਭੁੱਲਰ ਕੋਲਕਾਤਾ ਵਿੱਚ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਭੁੱਲਰ ਨੂੰ ਆਤਮ ਸਮਰਪਣ ਕਰਨ ਦੇ ਲਈ ਪਹਿਲਾਂ ਕਿਹਾ ਗਿਆ ਸੀ, ਪਰ ਦੋਵਾਂ ਪਾਸਿਓਂ ਹੋਈ ਗੋਲੀਬਾਰੀ ਦੇ ਵਿੱਚ ਦੋਵੇਂ ਗੈਂਗਸਟਰ ਜਿਹੜੇ ਨੇ ਉਹ ਮਾਰੇ ਗਏ ਨੇ। ਦਰਅਸਲ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ ਬੀਤੇ ਦਿਨੀ ਜੈਪਾਲ ਭੁੱਲਰ ਤੇ ਇਸ ਦੇ ਸਾਥੀਆਂ ਵੱਲੋਂ ਥਾਣੇਦਾਰ ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੂੰ ਭੁੱਲਰ ਦੇ ਕੋਲਕਾਤਾ ਦੇ ਰਹਿਣ ਦੀ ਜਿਹੜੀ ਸੂਚਨਾ ਉਹ ਮਿਲੀ ਹੋਈ ਸੀ। ਜੈਪਾਲ ਭੁੱਲਰ ਬਾਰੇ ਥੋੜਾ ਜਿਹਾ ਦੱਸ ਦਈਏ ਕਿ ਜੈਪਾਲ ਭੁੱਲਰ ਜਿਹੜਾ ਇਹ ਕੌਣ ਸੀ। ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਜੁਰਮ ਦੀ ਦੁਨੀਆ ਦੇ ਵਿੱਚ ਕਾਫੀ ਵੱਡਾ ਇਸ ਦਾ ਜਿਹੜਾ ਨਾਮ ਮੰਨਿਆ ਜਾਂਦਾ ਸੀ। ਗੈਂਗਸਟਰ ਜੈਪਾਲ ਭੁੱਲਰ ए कैटागरी का गैंगस्टर सी, यानी कि कैटागरीज होंदियां ने। ए कैटागरी दे विच जयपाल का नाम जिहड़ा आउंदा सी ते पंजाब पुलिस पिछले लंबे समय तो उसकी भाल कर रही सी। भुल्लर ते पंजाब तो इलावा हरियाणा, राजस्थान ते यूपी दे विच भी अनेकां मामले जिहड़े ने वो दर्ज सन। पंजाब पुलिस दे वल्लों जयपाल भुल्लर ते इनाम भी रखा गया सी कि जिवें ही गिरफ्तारी या जिहड़ा भी इहदी कोई खबर देगा उसनूं इनाम दिता जाएगा। जयपाल भुल्लर दे गैंगस्टर विक्की गौंडर ते प्रेमा लाहौरिया नाल भी गूढ़े संबंध जिहड़े सीगे ते गौंडर ते प्रेमा लाहौरिया की मौत तो बाद भुल्लर उन्हां दे गैंग नूं जिहड़ा इह चला रहा सीगा। गैंगस्टर सुखा कालवा ते रॉकी फाजिलका कतल कांड दे विच भी भुल्लर दा नाम मुख तौर दे उत्ते सामने आया सी, क्योंकि जदों रॉकी नूं गोली मारी गई सीगी तां निशाना जिस तरीके नाल लग्गिया सी इह कहा जांदा सी भी जिहड़ा जयपाल भुल्लर है वो खुद भी काफ़ी चंगा निशानेबाज है अते जिवें ही उसने निशाना मारिया सी तां सटीक विक्की दे मत्थे दे विच गोली जिहड़ी है इह जाके लगी सीगी। इस तो इलावा दस दें कि जगराउं की दाणा मंडी में 2 थाणेदारां नूं कतल किए जाने के मामले में पुलिस की ओकू यानी कि OCC यूनिट टीम ने गैंगस्टर दर्शन सिंह ते बलजिंदर सिंह बब्बी नूं पहला ही गिरफ्तार कर लिया सी ते पुलिस ने दोवां नूं मध्य प्रदेश तो काबू किया सी। यह भी कहा जा रहा सी कि शायद मध्य प्रदेश के विच ही जयपाल भुल्लर भी हो सकता है, पर जिवें ही जानकारी मिली तो कोलकाता तो जयपाल भुल्लर की जानकारी हासिल हुई। यह भी दस दिए पिछले दिनी जगराउं की नवीं दाणा मंडी के पुलिस के 2 थाणेदारां यानी ASI भगवान सिंह ते दलविंदर सिंह बब्बी की गैंगस्टरां वालों हत्या कर दी गई सी ते इस वारदात विच गैंगस्टर माफ करना गैंगस्टर जयपाल भुल्लर का नाम जिहड़ा है वो मौहरी तौर के उत्ते सामने आया सी ते दोवें गैंगस्टर भी वारदात मौके जयपाल दे नाल ही मन्ने जा रहे सन। सो ये इस वेले दी वड्डी खबर है जिहड़ी कि सामने आई है ते जिस तरीके नाल ये इनकाउंटर होया पुलिस नूं इसकी जानकारी किवें मिली, किवें इनकाउंटर होया, इस बाबत असीं गलबात करांगे। राजेश गिल जी अमृतसर तो साडे नाल जुड़नगे। इस तो इलावा किसान अंदोलन नूं लैके भी गल करांगे, खास करके कॉन्फ्रेंस की गई है ते खेतीबाड़ी मंत्री ने कहा है, नरेंद्र तोमर ने यह गल कही है भी जिहड़ी सरकार है केंद्र सरकार है वो किसानां दे नाल गलबात करन दे लई हुण तैयार है। हुण गलबात दा समा फिर तो जिहड़ा है किहड़ा मुकर्रर किया जाएगा, कदों ये मुलाकात होएगी, ये तो हजे कुछ पता नहीं है। जानकारी हासिल करने की कोशिश करांगे, पर ये किसानां वल्लों ये जरूर कह दी गई है गल कि असी हुण सिर्फ और सिर्फ बिल रद्द कराउण दे लई ही इकट्ठे होवांगे, ना कि हाल चाल पुछण दे लई, क्योंकि केंद्र सरकार ने ये गल दा इशारा दे दिता है भी अमेंडमेंट यानी कि सोध दे उत्ते गल करांगे, पर कानून रद्द करन दे उत्ते जिहड़ा हजे भी केंद्र सरकार नहीं मानती नज़र आ रही। हुण मुलाकात के सिट्टे की निकलणगे, मुलाकात कदों होण जा रही है, इस बाबत भी गलबात करांगे। ते जिहड़े साडे दर्शक ने, जिहड़े कॉलर्स ने, वो नाल जुड़ना चाहुंदे ने दोनों मुद्दों के उत्ते, इस तो इलावा जिहड़े भारत नाल जुड़े मुद्दे ने उन्हां दे उत्ते गल करना चाहुंदे हो तो तुसीं फोन कर सकदे हो ते आपां नाल तुहाडीआं कॉल्स भी जिहड़ियां जरूर अटेंड करांगे। राजेश गिल जी जुड़े हुए ने। राजेश जी स्वागत है द मॉर्निंग शो दे विच। सत श्री अकाल जी सारिਆਂ ਨੂੰ बहुत जी धन्यवाद। बिल्कुल राजेश जी, सत श्री अकाल। राजेश जी सब तो पहला तो अज की वड्डी खबर जिहड़ी गैंगस्टर जयपाल भुल्लर नूं लैके आ रही है, इस इनकाउंटर बारे जानना चाहांगे किवें खबर मिली सी पुलिस नूं इनकाउंटर दी, काफ़ी लंबे समय तो लोड़ींदा सी जयपाल भुल्लर, ते इनकाउंटर किवें होया, किहड़ी पुलिस शामिल सी, ओवरऑल इस ते अपडेट की है? बिल्कुल देखो कितना खतरनाक ये गैंगस्टर थी इस दे बारे तुसीं काफी हद तक जानकारी दे दी है, क्योंकि ਜਿਹੜੀ ਪੰਜਾਬ ਪੁਲਿਸ ਦੀ ਲਿਸਟ ਬਣੀ ਹੋਈ ਸੀ ਉਹ 31 ਜਿਹੜੇ ਆ ਗੈਂਗਸਟਰ ਜਿਹੜੇ ਆ ਨਾਮਜ਼ਦ ਕੀਤੇ ਗਏ ਸੀ ਜਦੋਂ ਇੱਕ ਆਪਰੇਸ਼ਨ ਸ਼ੁਰੂ ਕੀਤਾ ਸੀ। ਇਸ ਆਪਰੇਸ਼ਨ ਦੇ ਵਿੱਚ 31 ਦੇ ਵਿੱਚ ਇੱਕ ਜੈਪਾਲ ਭੁੱਲਰ ਦਾ ਵੀ ਨਾਂ ਸੀ ਕਿ ਜਿਨ੍ਹਾਂ ਪਿੱਛੇ ਪੁਲਿਸ ਜਿਹੜੀ ਉਹ ਲੱਗੀ ਹੋਈ ਸੀ ਲੰਮੇ ਸਮੇਂ ਤੋਂ, ਤੇ ਬਹੁਤ ਸਾਰੇ ਗੈਂਗਸਟਰ ਜਿਹੜੇ ਪੁਲਿਸ ਖਤਮ ਕਰ ਚੁੱਕੀ ਹੈ, ਬਹੁਤ ਸਾਰੇ ਗੈਂਗਸਟਰ ਜਿਹੜੇ ਆ ਉਹ ਦੇਸ਼ ਛੱਡ ਕੇ ਬਾਹਰ ਵੀ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਹੈਰੀ ਚੱਠਾ ਦਾ ਨਾਮ ਮੁੱਖ ਤੌਰ ਤੇ ਹੁੰਦਾ ਹੈ। ਤੇ ਇਹ ਜੈਪਾਲ ਭੁੱਲਰ ਜਿਹੜਾ ਇਹ ਹੁਣ ਜਿਹੜੀਆਂ ਰੀਸੈਂਟ ਵਾਰਦਾਤਾਂ ਹੋਈਆਂ
ਵੱਡੀਆਂ ਵਾਰਦਾਤਾਂ ਹੋਈਆਂ, ਅਜਿਹੀਆਂ ਵਾਰਦਾਤਾਂ ਜਿਸ ਨੇ ਕਿ ਪੰਜਾਬ ਪੁਲਿਸ ਨੂੰ ਹਿਲਾ ਕੇ ਰੱਖ ਦਿੱਤਾ, ਆਮ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਹੂੰ 2 ਐਸਆਈ ਦਾ ਜਿਹੜਾ ਉਹਨਾਂ ਨੂੰ ਕਤਲ ਕੀਤਾ ਗਿਆ। ਇਸ ਤੋਂ ਹੂੰ ਪਹਿਲਾਂ ਹਥਿਆਰ ਖੋਏ ਗਏ, ਹਥਿਆਰ ਸਨੈਚ ਕੀਤੇ ਗਏ, ਸਨੈਚ ਕਰਨ ਤੋਂ ਬਾਅਦ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ तमाम ਗੱਲਾਂ ਕਰਕੇ ਇੱਕ ਹੋਰ ਵੱਡਾ ਬਦਨਾਮ ਨਾਂ ਬਣ ਕੇ ਉੱਭਰਿਆ ਸੀ ਜੈਪਾਲ ਭੁੱਲਰ, ਔਰ ਜਿਸ ਕਰਕੇ ਬੜੇ ਲੰਮੇ ਸਮੇਂ ਤੋਂ ਇਸ ਦੀ ਭਾਲ ਪਹਿਲਾਂ ਵੀ ਕੀਤੀ ਜਾ ਰਹੀ ਸੀ। ਪਰ ਹੁਣ ਪੁਲਿਸ ਨੇ ਬੜੀ ਸਰਗਰਮੀ ਦਿਖਾਈ ਔਰ ਇੱਕ ਇੰਟਰ ਸਟੇਟ ਟੀਮ ਤਿਆਰ ਕੀਤੀ। ਇਸ ਦੇ ਵਿੱਚ ਪੁਲਿਸ ਨੇ ਕਿਸ ਤਰ੍ਹਾਂ ਜਾਲ ਵਿਛਾਇਆ ਕਿ ਨਾ ਸਿਰਫ ਪੰਜਾਬ ਤੋਂ ਬਲਕਿ ਹੋਰ ਵੱਖਰੀਆਂ ਸਾਰੀਆਂ ਜਿੰਨੀਆਂ ਸਟੇਟ ਸੀ ਉਹਨਾਂ ਦੇ ਪੁਲਿਸ ਦੀਆਂ ਖਾਸ ਤੌਰ ਤੇ ਜਿਹੜੀਆਂ ਉਹ ਟੀਮਾਂ ਜਿਹੜੀਆਂ ਕੰਬੈਟ ਟੀਮ ਦੇ ਵਿੱਚ ਕੰਮ ਆਉਂਦੀਆਂ ਨੇ, ਜਿਹੜੀਆਂ ਉਹ ਟੀਮਾਂ ਜਿਹੜੀਆਂ ਇਹੋ ਜਿਹੇ ਟੈਰਰਿਸਟ ਨੂੰ, ਸਮਗਲਰਸ ਨੂੰ ਫੜਨ ਦੇ ਵਿੱਚ ਉੱਥੋਂ ਦੀਆਂ ਜਿਹੜੀਆਂ ਸਪੈਸ਼ਲਾਈਜ਼ਡ ਏਜੰਸੀਜ਼ ਹੈ ਉਹਨਾਂ ਨੂੰ ਨਾਲ ਲੈ ਕੇ ਟੀਮਾਂ ਦਾ ਗਠਨ ਕੀਤਾ ਗਿਆ। ਔਰ ਜੀ ਹਰ ਤਰੀਕੇ ਨਾਲ ਇੱਕ ਟੈਕਨੀਕਲ ਨੋ-ਹਾਉ ਨਾਲ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਹੈ ਸਟੇਟਸ ਦੀ, ਉਸ ਦੇ ਨਾਲ ਇੱਕ ਪੂਰਾ ਜਾਲ ਬੁਣਿਆ ਗਿਆ। ਔਰ ਪਹਿਲੋਂ ਹੌਲੀ ਹੌਲੀ ਇਹਨਾਂ ਦੇ ਜਿਹੜੇ ਸਾਥੀ ਸੀ ਜਿਹਦਾ ਪਤਾ ਲੱਗਦਾ ਸੀ ਉਹਦੀਆਂ ਗ੍ਰਿਫਤਾਰੀ ਹੁੰਦੀਆਂ ਗਈਆਂ। ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦਾ ਇੱਕ ਰਿਸ਼ਤੇਦਾਰ ਸੀਗਾ ਕੋਈ ਜਿਹਨੇ ਇਹਨਾਂ ਨੂੰ ਕੈਲਕਟਾ ਦੇ ਵਿੱਚ ਇੱਕ ਹਾਊਸਿੰਗ ਬੋਰਡ ਦੇ ਵਿੱਚ ਜਗ੍ਹਾ ਲੈ ਕੇ ਦਿੱਤੀ ਸੀ। ਉੱਥੇ ਬਕਾਇਦਾ ਤੌਰ ਤੇ ਇਹਨਾਂ ਦੇ ਐਫੀਡੇਵਿਟ ਜਿਹੜੇ ਬਣਾ ਕੇ ਉਸ ਥਾਂ ਤੇ ਇਹਨਾਂ ਨੂੰ ਜਗ੍ਹਾ ਲੈ ਕੇ ਦਿੱਤੀ ਸੀ, ਕਿਉਂਕਿ ਉਹ ਉੱਥੇ ਦਾ ਰਹਿਣ ਵਾਲਾ ਸੀ। ਜਿਸ ਦੀ ਸੂਹ ਜਿਹੜੀ ਆ ਉਹ ਕਲਕੱਤਾ ਪੁਲਿਸ ਰਾਹੀਂ ਇਹਨਾਂ ਨੂੰ ਮਿਲੀ ਤੇ ਇਹਨਾਂ ਨੇ ਬਾਅਦ ਦੇ ਵਿੱਚ ਉਸ ਥਾਂ ਤੇ ਦਬਿਸ਼ ਦਿੱਤੀ ਗਈ। ਚਾਰ ਜਣਿਆਂ ਦੀ ਹੋਣ ਦੀ ਇਹਨਾਂ ਨੂੰ ਸੂਚਨਾ ਸੀ ਔਰ ਇਹ ਪਤਾ ਲੱਗਾ ਕਿ ਇਹਨਾਂ ਕੋਲ ਹਥਿਆਰ ਜਿਹੜੇ ਨੇ, ਕਿਉਂਕਿ ਦੇਖੋ ਹਥਿਆਰ ਤੇ ਜਦੋਂ ਇੱਥੋਂ ਏਐਸਆਈ ਭਗਵਾਨ ਸਿੰਘ, ਏਐਸਆਈ ਦਲਿੰਦਰ ਸਿੰਘ ਨੂੰ ਜਦੋਂ ਮਾਰਿਆ ਇੱਥੋਂ ਵੀ ਹਥਿਆਰ ਖੋਹ ਕੇ ਲੈ ਗਏ ਸੀ। ਪਹਿਲਾਂ ਵੀ ਇਹਨਾਂ ਨੇ ਹਥਿਆਰ ਸਨੈਚ ਕੀਤੇ ਸੀ, ਉਹ ਸਾਰੇ ਹਥਿਆਰ ਇਹਨਾਂ ਕੋਲ ਸੀ, ਮਾਰੂ ਹਥਿਆਰ ਸੀ। ਔਰ ਜਦੋਂ ਪੁਲਿਸ ਨੇ ਦਬਿਸ਼ ਦਿੱਤੀ ਤਾਂ ਬਕਾਇਦਾ ਤੌਰ ਤੇ ਉਦੋਂ ਵੀ ਇਹਨਾਂ ਤੇ ਫਾਇਰਿੰਗ ਹੋਈ। ਫਾਇਰਿੰਗ ਤੋਂ ਬਾਅਦ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਇਹ ਦੋਵੇਂ ਜਿਹੜੇ ਸਮਗਲਰ ਦੇਖੋ, ਇਹ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹ ਨੈਕਸਸ ਚੱਲ ਰਿਹਾ ਇਸ ਵੇਲੇ। ਜਿਹੜੇ ਗੈਂਗਸਟਰ ਆ, ਇਹ ਸਮਗਲਰ ਜਿਹੜੇ ਆ ਨਾ, ਇਕੱਠੇ ਮਿਲ ਕੇ ਕੰਮ ਕਰ ਰਹੇ ਆ। ਔਰ ਡਰੱਗਸ ਦੀ ਸਮਗਲਿੰਗ ਪਲੱਸ ਗੈਂਗਸਟਰ ਜਿਹੜਾ ਇਕੱਠਾ ਨੈਕਸਸ ਹੈ ਨਾ। ਔਰ ਇਸ ਤੋਂ ਇਲਾਵਾ ਉਸ ਤੋਂ ਵੀ ਭੈੜੀ ਚੀਜ਼ ਜਿਹੜੀ ਇਹ ਸਾਹਮਣੇ ਖੁੱਲ ਕੇ ਆ ਰਹੀ ਹੈ ਕਿ ਜਿਹੜੇ ਇਹਨਾਂ ਦੇ ਤਾਰ ਜਿਹੜੇ ਆ ਉਹ ਪਾਕਿਸਤਾਨ ਨਾਲ ਵੀ ਜੁੜਦੇ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ। ਬਹੁਤ ਵਾਰ ਇੱਥੇ ਆਪਾਂ ਬਾਰਡਰ ਬੈਲਟ 'ਚ ਕੰਮ ਕਰਦੇ ਆ, ਬਹੁਤ ਵਾਰ ਜਿਹੜੇ ਹਥਿਆਰ ਹੁੰਦੇ ਨੇ, ਹੈਰੋਇਨ ਹੁੰਦੀ ਹੈ, ਉਹ ਸਾਰੇ ਇਹਨਾਂ ਦੇ ਗੈਂਗਸਟਰ ਦਾ ਔਰ ਟੈਰਰਿਸਟ ਦਾ, ਸਾਰਿਆਂ ਦਾ, ਸਮਗਲਰਸ ਦਾ, ਇਹਨਾਂ ਦਾ ਆਪਸ ਦਾ ਨੈਕਸਸ ਜਿਹੜਾ ਉਹ ਬੜਾ ਵੱਡਾ ਬਣ ਗਿਆ ਹੈ। ਇਸੇ ਕਰਕੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਔਰ ਜਿੰਨੀਆਂ ਵੀ ਹੁਣ ਤੱਕ ਇਨਵੈਸਟੀਗੇਸ਼ਨਸ ਹੋਈਆਂ, ਹਰ ਥਾਂ ਤੇ ਅਜਿਹੇ ਨੈਕਸਸ ਸਾਹਮਣੇ ਆਏ। ਕਿਉਂਕਿ ਹਥਿਆਰ ਜਿਹੜੇ ਹੁੰਦੇ ਸੀਗੇ, ਪਹਿਲੋਂ ਕੋਈ ਸਮਾਂ ਸੀਗਾ ਜਦੋਂ ਸਿਰਫ ਹੈਰੋਇਨ ਦੀ ਸਮਗਲਿੰਗ ਹੁੰਦੀ ਸੀ ਜਾਂ ਕੋਈ ਹੋਰ ਚੀਜ਼ਾਂ ਦੀ ਸਮਗਲਿੰਗ ਹੁੰਦੀ ਸੀ। ਹਥਿਆਰਾਂ ਦੀ ਸਮਗਲਿੰਗ ਸਿਰਫ ਟੈਰਰਿਸਟ ਗਰੁੱਪ ਜਿਹੜੇ ਹੁੰਦੇ ਸੀ ਉਹਨਾਂ ਦੀ ਸਮਗਲਿੰਗ ਹੁੰਦੀ ਸੀ। ਪਰ ਹੁਣ ਜਦੋਂ ਹੈਰੋਇਨ ਦੀ ਸਮਗਲਿੰਗ ਹੋਈ ਜਾਂ ਹੋਰ ਚੀਜ਼ਾਂ ਦੀ ਸਮਗਲਿੰਗ ਹੋਈ, ਉਹਨਾਂ ਦੇ ਨਾਲ ਹਥਿਆਰਾਂ ਦੀ ਵੀ ਸਮਗਲਿੰਗ ਹੋਈ ਔਰ ਹਥਿਆਰ ਇਹਨਾਂ ਗੈਂਗਸਟਰਾਂ ਕੋਲ ਪਹੁੰਚਦੇ, ਇਹਨਾਂ ਦਾ ਨੈਕਸਸ ਜਿਹੜਾ ਉਹ ਹੋਰ ਆਪਣਾ ਵੱਧਦਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਪੁਲਿਸ ਵਾਸਤੇ ਇੱਕ ਮੁਸ਼ਕਿਲ ਭਰਿਆ ਕੰਮ ਸੀ, ਪਰ ਉਹਨੂੰ ਬੜੀ ਤਰੀਕੇ ਨਾਲ, ਬੜੀ ਸਫਲਤਾ ਨਾਲ ਜਿਹੜਾ ਹੈ ਉਸ ਨੂੰ ਅੰਜਾਮ ਦਿੱਤਾ ਗਿਆ। ਔਰ ਇਹ ਦੋ ਜਿਹੜੇ ਗੈਂਗਸਟਰ ਸੀਗੇ, ਕਿਉਂਕਿ ਬਹੁਤ ਜ਼ਰੂਰੀ ਸੀ, ਪੁਲਿਸ ਦੇ ਜਿਹੜੇ 2 ਜਵਾਨ ਸੀਗੇ ਏਐਸਆਈ, ਉਹਨਾਂ ਦਾ ਕਤਲ ਕਰਕੇ ਭੱਜੇ ਹੋਏ ਸੀਗੇ। ਇਸ ਕਰਕੇ ਜ਼ਰੂਰੀ ਸੀ ਪੁਲਿਸ ਵਾਸਤੇ। ਪੁਲਿਸ ਦੀ ਇੱਕ ਸਿਰ ਧੜ ਦੀ ਬਾਜੀ ਲੱਗੀ ਹੋਈ ਸੀ, ਜਿਸ ਦੇ ਵਿੱਚ ਪੁਲਿਸ ਨੇ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਔਰ ਇੱਕ ਇਹ ਇੰਟਰਸਟੇਟ ਜਿਹੜਾ ਮਾਮਲਾ ਬਣ ਕੇ ਉੱਭਰਿਆ ਸਾਹਮਣੇ ਆਇਆ ਜੀ। ਇਸ ਵੇਲੇ ਇਸ ਦੇ ਵਿੱਚ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ? ਇਨਕਾਊਂਟਰ ਹੋ ਚੁੱਕਿਆ ਹੈ ਔਰ ਜਿਸ ਤਰੀਕੇ ਨਾਲ ਜਸਪ੍ਰੀਤ ਜੱਸੀ ਦੀ ਗੱਲ ਕਹੀ ਜਾ ਰਹੀ ਹੈ ਔਰ ਜੈਪਾਲ ਭੁੱਲਰ ਦੀ ਗੱਲ ਕਹੀ ਜਾ ਰਹੀ ਹੈ, ਪੁਲਿਸ ਨੂੰ ਇਸ ਦੀ ਜਾਣਕਾਰੀ ਜਿਹੜੀ ਹੈ ਪਹਿਲਾਂ ਤੋਂ ਲੱਗ ਗਈ ਸੀਗੀ। ਹਾਲਾਂਕਿ ਨੇਪਾਲ ਦੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ, ਕਈ ਥਾਵਾਂ ਦੇ ਉੱਤੇ ਭਾਲ ਹੋ ਰਹੀ ਸੀਗੀ। ਹੁਣ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕਿਵੇਂ ਚੱਲ ਰਹੀ ਹੈ? ਕੀ ਪੰਜਾਬ ਪੁਲਿਸ ਇਹਨਾਂ ਦੋਨਾਂ ਦੇ ਜਿਹੜੇ ਮ੍ਰਿਤਕ ਦੇ ਹੈ ਉਹ ਇਨਕਾਊਂਟਰ ਤੋਂ ਬਾਅਦ ਕੋਈ ਜਾਣਕਾਰੀ ਮਿਲੀ ਹੈ, ਕਿੱਥੇ ਲਿਆਈਆਂ ਜਾ ਰਹੀਆਂ ਨੇ ਜਾਂ ਹੋਰ ਕੌਣ ਉੱਥੇ ਸ਼ਾਮਿਲ ਸੀਗਾ? ਦੇਖੋ, ਇਹ ਜਿਹੜਾ ਜੈਪਾਲ ਭੁੱਲਰ ਨੂੰ ਮਾਰਨ ਤੋਂ ਬਾਅਦ, ਜੱਸੀ ਨੂੰ ਮਾਰਨ ਤੋਂ ਬਾਅਦ, ਖਾਸ ਨਾਮ ਜਿਹੜਾ ਜੈਪਾਲ ਭੁੱਲਰ ਦਾ ਆਉਂਦਾ ਹੈ ਇਹਨਾਂ ਦੇ ਵਿੱਚ, ਜਿਹੜੇ 31 ਦੀ ਉਹਨਾਂ ਕੋਲ ਲਿਸਟ ਸੀ ਪੁਲਿਸ ਇਸ ਗੱਲ ਨੂੰ ਲੈ ਕੇ ਸੈਟੀਸਫਾਈਡ ਆ। ਡੀਜੀਪੀ ਨੇ ਅੱਜ ਖੁਦ ਕਿਹਾ ਇਸ ਗੱਲ ਨੂੰ ਕਿ ਉਹ ਲਗਭਗ ਜਿਹੜੇ ਨਾਮਵਰ ਗੈਂਗਸਟਰ ਸੀ ਸਾਰੇ ਖਤਮ ਕਰ ਚੁੱਕੇ ਆ। ਹੁਣ ਉਹਨਾਂ ਦੀ ਲਿਸਟ ਦੇ ਵਿੱਚ ਇੱਥੇ ਕੋਈ ਨਾਮ ਨਹੀਂ। ਜੇ ਕੁਝ ਇੱਕਾ ਦੁੱਕਾ ਜਿਹੜੇ ਬਾਹਰ ਰਹਿ ਗਏ ਨੇ ਉਹ ਉਹਨਾਂ ਦੀ ਗੱਲ ਵੱਖਰੀ ਹੈ, ਪਰ ਜੇ ਦੇਸ਼ ਦੀ ਗੱਲ ਕਰੀਏ ਤੇ ਇਹਨਾਂ ਦੇ ਵਿੱਚ ਜਿਹੜੇ ਉਹ ਲਗਭਗ ਖਤਮ ਕਰ ਚੁੱਕੇ ਨੇ। ਹੁਣ ਇਹਨਾਂ ਦੇ ਅੱਗੋਂ ਕਿੱਥੇ ਨੈਕਸਸ ਨੇ, ਕਿੱਥੇ ਤਾਰ ਜੁੜੇ ਨੇ। ਦੇਖੋ, ਇਸ ਮਾਮਲੇ ਦੇ ਵਿੱਚ ਵੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ। ਇਸ ਮਾਮਲੇ ਦੇ ਵਿੱਚ ਜਿਹੜੇ ਪਨਾਹ ਦੇਣ ਵਾਲੇ ਲੋਕ ਸੀ, ਹੈਲਪ ਕਰਨ ਵਾਲੇ ਲੋਕ ਸੀ, ਜਿਨ੍ਹਾਂ ਨੇ ਹੁਣ ਇੱਥੋਂ ਤੱਕ ਇਹਨਾਂ ਦੇ ਗ੍ਰਿਫਤਾਰ ਹੋ ਗਏ, ਜਿਨ੍ਹਾਂ ਨੇ ਇਹਨਾਂ ਨੂੰ ਕੱਪੜੇ ਪਹੁੰਚਾਏ, ਜਿਨ੍ਹਾਂ ਨੇ ਇਹਨਾਂ ਨੂੰ ਡਰੱਗਸ ਪਹੁੰਚਾਈਆਂ,
ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਹੌਲੀ ਹੌਲੀ ਜਿਹੜਾ ਇਹਨਾਂ ਦੇ ਸਾਥੀ ਜਿੰਨੇ ਸੀਗੇ ਉਹ ਸਾਰੇ ਫੜੇ ਗਏ ਤੇ ਅੱਗੇ ਗਾਂ ਇਹਨਾਂ ਦੇ ਕਿੱਥੇ ਕਿੱਥੇ ਨੈਕਸਸ ਨੇ, ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ। ਔਰ ਕੋਸ਼ਿਸ਼ ਪੁਲਿਸ ਦੀ ਇਹ ਆ ਕਿ ਹੋਰ ਹੁਣ ਅਜਿਹੇ ਜਿਹੜੇ ਆ ਉਹ ਹਾਰਡਕੋਰ ਜਿਹੜੇ ਗੈਂਗਸਟਰ ਹੈ ਉਹ ਨਾ ਉੱਭਰ ਕੇ ਸਾਹਮਣੇ ਆਉਣ। ਅਜਿਹੀ ਪੁਲਿਸ ਜਿਹੜੀ ਹੈ ਉਹ ਇੱਕ ਸਟ੍ਰੈਟਜੀ ਵੱਲ ਧਿਆਨ ਦੇ ਰਹੀ ਹੈ ਕਿ ਕੋਸ਼ਿਸ਼ ਅਜਿਹੀ ਕੀਤੀ ਜਾਏ ਕਿ ਜਿੱਥੇ ਵੀ ਇਹ ਗੈਂਗਸਟਰ ਸਿਰ ਚੁੱਕਦੇ ਨੇ ਉਹਨਾਂ ਨੂੰ ਉੱਥੇ ਹੀ ਦਬਾ ਦਿੱਤਾ ਜਾਏ, ਕਿਉਂਕਿ ਬਹੁਤ ਸਾਰੇ ਹਾਰਡਕੋਰ ਪਿਛਲੇ ਸਮੇਂ 'ਚ ਆਪਾਂ ਦੇਖੇ ਕਿਹੜੇ ਕਿਹੜੇ ਵੱਡੇ ਅਸੀਂ ਨਾਂ ਲੈਂਦੇ ਆ ਜਿਹੜੇ ਕਿ ਗੈਂਗਸਟਰ ਬਣ ਕੇ ਉੱਭਰੇ ਤੇ ਉਹਨਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਔਰ ਉਹ ਇੱਕ ਕੁਝ ਨੌਜਵਾਨਾਂ ਦੇ ਵਿੱਚ ਇੱਕ ਬੜੀ ਗਲੈਮਰਸ ਜਿਹਾ ਤਰੀਕੇ ਨਾਲ ਉਹਨਾਂ ਦਾ ਨਾਮ ਲਿਆ ਜਾਣ ਲੱਗ ਪਿਆ। ਇਹ ਜਿਹੜੀਆਂ ਚੀਜ਼ਾਂ ਵਾ ਪੁਲਿਸ ਦੀ ਹੁਣ ਪੂਰੀ ਕੋਸ਼ਿਸ਼ ਹੈ, ਇੱਥੋਂ ਤੱਕ ਕਿ ਇਹਦੇ ਵਿੱਚ ਸਿੰਗਰਾਂ ਦੇ ਨਾਮ ਵੀ ਆਏ ਕਿ ਉਹ ਪ੍ਰਮੋਟ ਕਰ ਰਹੇ ਨੇ ਅਜਿਹਾ ਗਨ ਕਲਚਰ ਹੋ ਗਿਆ ਨੇ। ਸਿਆਸਤਦਾਨਾਂ ਦੇ ਵੀ ਨਾਮ ਆਏ ਸਾਹਮਣੇ। ਹਾਂਜੀ ਬਿਲਕੁਲ, ਸਿਆਸਤਦਾਨਾਂ ਦਾ ਤਾਂ ਹਮੇਸ਼ਾ ਹੀ ਰਿਹਾ, ਹਮੇਸ਼ਾ ਹੀ ਜੁੜਿਆ ਰਿਹਾ ਸਿਆਸਤਦਾਨਾਂ ਨਾਲ, ਇਹਨਾਂ ਦੇ ਕੋਈ ਹੈ ਹੀ ਨਹੀਂ ਹੈ। ਪਰ ਹੁਣ ਪੁਲਿਸ ਦੀ ਕੋਸ਼ਿਸ਼ ਇਹ ਹੈ, ਪੁਲਿਸ ਇਸ ਸਟ੍ਰੈਟਜੀ ਵੱਲ ਧਿਆਨ ਦੇ ਰਹੀ ਹੈ ਕਿ ਅਜਿਹਾ ਕੰਮ ਕੀਤਾ ਜਾਏ ਕਿ ਇਹ ਜਿਹੜੇ ਨਾਮ ਆ ਇਹ ਗਲੋਰੀਫਾਈ ਜਿਸ ਤਰ੍ਹਾਂ ਹੁੰਦੇ ਨੇ ਔਰ ਯੂਥ ਜਿਹੜਾ ਹੈ ਉਹ ਪਿੱਛੇ ਲੱਗਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਸਨੂੰ ਇਸ ਤਰੀਕੇ ਨਾਲ ਅਪਣਾਉਂਦਾ ਹੈ ਕਿ ਰਾਤੋਂ ਰਾਤ ਬੰਦਾ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਂਦਾ ਹੈ ਔਰ ਇੱਕ ਗੈਂਗਸਟਰ ਦਾ ਹੈ, ਲੋਕ ਡਰਦੇ ਨੇ। ਲੋਕ ਜਿਹੜਾ ਜਿਸ ਢੰਗ ਨਾਲ ਨੌਜਵਾਨ ਪੀੜ੍ਹੀ ਜਿਹੜੀ ਆਪਣੇ ਉੱਤੇ ਅਪਣਾਉਣ ਦੀ ਕੋਸ਼ਿਸ਼ ਕਰਦੀ ਹੈ ਉਸ ਚੀਜ਼ ਨੂੰ ਪੁਲਿਸ ਜਿਹੜੀ ਹੈ ਨਕੇਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅਜਿਹੀਆਂ ਸਟ੍ਰੈਟਜੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੁਝ ਸ਼ਕਤੀਆਂ ਜਿਹੜੀਆਂ ਨੇ, ਹਾਲਾਂਕਿ ਪਹਿਲਾਂ ਵੀ ਸਿੰਗਰਸ ਤੇ ਜਾਂ ਕੋਈ ਹੋਰ ਸ਼ਕਤੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਕਿਉਂਕਿ ਹੁਣ ਕੋਵਿਡ ਕਾਲ ਹੈ, ਹੁਣ ਪੁਲਿਸ ਜਾਂ ਪ੍ਰਸ਼ਾਸਨ ਜਾਂ ਗਵਰਨਮੈਂਟ ਹੋਰ ਪਾਸਿਆਂ 'ਚ ਉਲਝੀ ਹੋਈ ਹੈ। ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਇਹ ਤਰੀਕੇਕਾਰ ਅਪਣਾਉਣ ਨਿਕਲਣਗੇ ਕਿ ਆਹ ਜਿਹੜੇ ਨਾਂ ਨੇ ਇਹ ਗਲੋਰੀਫਾਈ ਨਾ ਹੋਣ, ਅਜਿਹੀਆਂ ਚੀਜ਼ਾਂ ਨਾ ਬਣਨ ਕਿ ਜਿਹਦੇ ਨਾਲ ਯੂਥ ਜਿਹੜਾ ਉਹ ਭਟਕਦਾ ਨਜ਼ਰ ਆਏ ਆਪਣੇ ਰਸਤੇ ਤੋਂ ਤੇ ਇਸ ਪਾਸੇ ਵੱਲ ਤੁਰਦਾ ਨਜ਼ਰ ਆਏ। ਔਰ ਇਸ ਦੇ ਨਾਲ ਨਾਲ ਜਿਹੜੀ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਆ ਉਸ ਤੇ ਨਕੇਲ ਕੱਸਣ ਦੀ ਵੀ ਕੋਸ਼ਿਸ਼ ਕੀਤੀ ਜਾਏਗੀ। ਹਥਿਆਰ ਜਿਹੜੇ ਆ ਨਜਾਇਜ਼ ਹਥਿਆਰ ਨੇ ਜਾਂ ਕੋਈ ਹੋਰ ਨੇ ਜਾਂ ਡਰੱਗਸ ਨੇ ਉੱਤੇ ਵੱਧ ਤੋਂ ਵੱਧ ਕੰਟਰੋਲ ਕੀਤਾ ਜਾਏ, ਸ਼ਿਕੰਜਾ ਕੱਸਿਆ ਜਾਏ। ਸਿਰਫ ਗੈਂਗਸਟਰ ਦੇ ਪਾਸੇ ਇੱਕ ਪਾਸੇ ਧਿਆਨ ਦੇਣਾ ਜ਼ਰੂਰੀ ਨਹੀਂ ਹੈ, ਸਾਰੇ ਪਾਸੇ ਜਿਹੜਾ ਨੈਕਸਸ ਵੱਡਾ ਬਣ ਚੁੱਕਾ ਹੈ ਉਹਨੂੰ ਜਿਹੜਾ ਇਸ ਵੇਲੇ ਨੈਪ ਕਰਨਾ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਦੇ ਵਿੱਚ ਜਿਹੜੀ ਆ ਉਹ ਹੁਣ ਗਵਰਨਮੈਂਟ ਲੱਗੇਗੀ। ਇਹ ਕੋਵਿਡ ਦਾ ਥੋੜਾ ਜਿਹਾ ਸਮਾਂ ਲੱਗ ਜੇ, ਜੋ ਜਾਣਕਾਰੀ ਮਿਲ ਪਾ ਰਹੀ ਹੈ, ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਪਾ ਰਹੀ ਕਿ ਇਹਦੇ ਤੇ ਬਕਾਇਦਾ ਤੌਰ ਤੇ ਇੱਕ ਪਾਲਿਸੀ ਵਾਂਗ ਜਿਹੜਾ ਇੱਕ ਕੰਮ ਕੀਤਾ ਜਾਵੇ। जी बिल्कुल। अगली खबर राजेश जी, जिस तरीके नाल नरेंद्र तोमर दे वल्लों अज प्रैस कॉन्फ्रेंस की गई है उस ते गल करते हैं कि खेतीबाड़ी मंत्री हुण कह रहे हैं भी किते ना किते सरकार जिहड़ी है वो तैयार हैगी है और तैयार है कि किसानों दे नाल गलबात जिहड़ी है वो अगे तुरेगी। एक बार असीं सुन लैंदे हां कि खेतीबाड़ी मंत्री जदों तोमर ने प्रैस कॉन्फ्रेंस की तां की कुछ कहंदे नज़र आए। इस बात का साक्षी है कि प्रधानमंत्री मोदी जी की सरकार की प्रतिबद्धता किसानों के साथ थी, है और आने वाले कल में रहेगी। गत 7 वर्षों में किसान की आमदनी को बढ़ाने के लिए, खेती को समृद्ध करने के लिए जो निर्णय मोदी सरकार ने किए हैं वो अपने आप में अभूतपूर्व हैं, ऐतिहासिक हैं। उसका खंडन कोई भी करने की स्थिति में नहीं है। कृषि कानून देश की सभी राजनीतिक पार्टियां लाना चाहती थीं, लेकिन वो हिम्मत नहीं कर पाए। मोदी सरकार ने किसानों के हित में ये बड़ा कदम उठाया और रिफॉर्म किया। उसका फ़ायदा भी देश भर में अनेक स्थानों पर किसानों को मिला, लेकिन बीच में किसान आंदोलन खड़ा हुआ। सरकार किसानों के प्रति प्रतिबद्ध है, उनका आदर और सम्मान करती है, इसलिए सम्मानपूर्वक किसानों के साथ 11 बार भारत सरकार ने वार्ता का आयोजन किया। उनसे पूछा कि कानून में आपत्ति क्या है, कानून का कौन सा प्रावधान आपको किसानों के विपरीत लगता है, लेकिन इसका कोई जवाब न तो हाउस में किसी राजनीतिक दल के नेता ने दिया, न किसी किसान यूनियन के नेता ने दिया। इसलिए वार्ता आगे नहीं बढ़ सकी। भारत सरकार प्रधानमंत्री नरेंद्र मोदी जी के नेतृत्व में किसानों के प्रति पूरी तरह सम्मान रखती है और इसलिए जब किसान चर्चा करना चाहेंगे भारत सरकार तैयार चर्चा के लिए रहेगी। लेकिन हमने बार बार कहा है कि प्रावधान में आपत्ति है, वो आपत्ति तर्क के साथ आप बताइए, हम ससम्मान सुनेंगे भी
और उसका निराकरण भी करेंगे। जहाँ तक राहुल गांधी के ट्वीट का सवाल है, उसको कांग्रेस भी गंभीरता से नहीं लेती, इसलिए मुझे लगता है कि मुझे उसका जवाब देने की आवश्यकता नहीं है। ਨੇ ਵੀ ਗੱਲਬਾਤ ਲਈ ਤਿਆਰ ਹੈ। ਕਿਸਾਨ ਗੱਲ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਵੀ ਤਿਆਰ ਹੈ। ਨਾਲ ਹੀ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਆਪੱਤੀ, ਇਸ ਸ਼ਬਦ ਦਾ ਇਸਤੇਮਾਲ ਕੀਤਾ ਵੀ ਆਪੱਤੀ ਕੀ ਹੈ ਕਾਨੂੰਨਾਂ ਤੋਂ, ਉਹ ਨਾ ਕਿਸੇ ਲੀਡਰ ਨੇ ਦੱਸੀ ਹੈ, ਹਾਊਸ ਦੇ ਵਿੱਚ ਕਿਸੇ ਨੇ ਨਹੀਂ ਦੱਸੀ ਤੇ ਨਾ ਹੀ ਕਿਸਾਨਾਂ ਨੇ ਦੱਸੀ। ਆਪੱਤੀ ਜੋ ਸੀਗੀ ਕਾਨੂੰਨਾਂ ਦੇ ਵਿੱਚ, ਉਹ ਤੇ ਕਈ ਵਾਰੀ ਡਿਸਕਸ ਹੋ ਚੁੱਕਿਆ, ਕਈ ਵਾਰੀ ਇਹ ਗੱਲ ਕੀਤੀ ਜਾ ਚੁੱਕੀ, ਪਰ ਹੁਣ ਵੀ ਉਹ ਇਹੀ ਇਸ਼ਾਰਾ ਦਿੰਦੇ ਨਜ਼ਰ ਆਏ ਕਿ ਜੇ ਕਾਨੂੰਨਾਂ ਦੇ ਵਿੱਚ ਕੋਈ ਚੇਂਜਸ ਲਿਆਉਣੇ ਆ, ਤੁਹਾਨੂੰ ਕੋਈ ਪ੍ਰੋਬਲਮ ਹੈ, ਉਹਦੇ 'ਚ ਕੋਈ ਆਪੱਤੀ ਹੈ ਤੇ ਉਹਦੇ ਬਾਰੇ ਦੱਸ ਦਿਓ, ਪਰ ਕੈਂਸਲ ਕਰਨ ਦੀ ਗੱਲ ਤਾਂ ਉਹਨਾਂ ਦੇ ਮੂੰਹੋਂ ਨਹੀਂ ਸੁਣੀ। ਬਿਲਕੁਲ, ਦੇਖੋ ਜ਼ਾਹਿਰ ਤੌਰ ਤੇ ਜਿਹੜੇ ਖੇਤੀਬਾੜੀ ਮੰਤਰੀ ਉਹ ਹੀ ਰਾਗ ਅਪਲਾਪ ਦੇ ਨਜ਼ਰ ਆਏ, ਜਿਹੜੇ ਕਿ ਆਪਾਂ 6-7 ਮਹੀਨਿਆਂ ਤੋਂ ਸੁਣਦੇ ਆ ਰਹੇ ਹਾਂ, ਬਲਕਿ ਇਸ ਤੋਂ ਪਹਿਲਾਂ ਤੋਂ ਵੀ। ਤੇ ਕਿਉਂਕਿ ਹੁਣ 7 ਮਹੀਨੇ ਤਾਂ ਲਗਭਗ ਕਿਸਾਨਾਂ ਨੂੰ ਉੱਥੇ ਬੈਠਿਆਂ ਹੋ ਗਏ ਨੇ, ਤੇ ਦੂਸਰੇ ਕਿ ਪਤਾ ਨਹੀਂ ਕਿੰਨੀਆਂ ਕਿ ਮੀਟਿੰਗਸ ਹੋ ਚੁੱਕੀਆਂ। ਹਰ ਮੀਟਿੰਗ ਦੇ ਵਿੱਚ ਇਹ ਮੁੱਦੇ ਬੜੀ ਬਾਰੀਕੀ ਨਾਲ, ਔਰ ਕਿਸਾਨਾਂ ਨੂੰ ਜਿੰਨੀ ਨੌਲੇਜ ਹੈ, ਮੇਰਾ ਖਿਆਲ ਇਸ ਖੇਤੀਬਾੜੀ ਮੰਤਰੀ ਨੂੰ ਵੀ ਉਨੀ ਨੌਲੇਜ ਨਹੀਂ ਹੋਏਗੀ ਜਿੰਨੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਬੜੀ ਬਾਰੀਕੀ ਨਾਲ ਇੱਕ ਇੱਕ ਗੱਲ ਜਿਹੜੀ ਆ, ਇੱਕ ਇੱਕ ਨੁਕਤਾ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਹਰ ਤਰੀਕੇ ਨਾਲ ਇਹਨਾਂ ਨੂੰ ਲਾਜਵਾਬ ਕੀਤਾ ਹੈ। ਹਰ ਮੀਟਿੰਗ ਦੇ ਵਿੱਚ ਲਾਜਵਾਬ ਕਰਨ ਤੋਂ ਬਾਅਦ ਇਹ ਨਤੀਜਾ ਦੇਖੋ, ਇਹ ਤੇ ਸਿਆਸੀ ਬਿਆਨ ਨੇ ਇੱਕ ਤਰ੍ਹਾਂ ਦਾ, ਕਿਉਂਕਿ ਹੁਣ ਫਿਰ ਇੱਕ ਚਿੱਠੀ ਲਿਖੀ ਸੀ, ਸੰਯੁਕਤ ਮੋਰਚੇ ਵੱਲੋਂ ਚਿੱਠੀ ਲਿਖ ਕੇ ਭੇਜੀ ਗਈ ਸੀ ਕਿ ਇਹੀ ਗੱਲਬਾਤ ਕਰਨ ਨੂੰ ਤਿਆਰ ਹੈ। ਡੈਡਲੌਕ ਬਣਿਆ ਹੋਇਆ ਹੈ, ਦੋਵੇਂ ਪਾਸਿਓਂ ਜਿਹੜੀ ਗੱਲਬਾਤ ਨਹੀਂ ਹੋ ਰਹੀ। ਕਿਸਾਨਾਂ ਨੇ ਉਹ ਚੀਜ਼ ਨੂੰ ਫੇਰ ਤੋੜਿਆ ਕਿ ਕਿਤੇ ਕਿਸਾਨਾਂ ਤੇ ਫੇਰ ਦੋਸ਼ ਨਾ ਲੱਗੇ। ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਚਿੱਠੀ ਲਿਖੀ ਗਈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਹੁਣ ਮਾਹੌਲ ਬਣਾਉਣ ਦੀ ਬਜਾਏ ਖੇਤੀਬਾੜੀ ਮੰਤਰੀ ਵੱਲੋਂ ਮਾਹੌਲ ਹੋਰ ਖਰਾਬ ਕਰਨ ਦੀ ਗੱਲ ਕੀਤੀ ਗਈ ਹੈ ਅਜਿਹਾ ਬਿਆਨ ਦੇ ਕੇ, ਕਿਉਂਕਿ ਉਹ ਉਹੀ ਗੱਲਾਂ ਨੇ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਗਈਆਂ ਕਿ ਜੀ ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਖੇਤੀ ਕਾਨੂੰਨ ਰੱਦ ਕਰਨ ਨੂੰ ਤਿਆਰ ਨਹੀਂ, ਜਦਕਿ ਕਿਸਾਨ ਇੱਕੋ ਗੱਲ ਤੇ ਅੜੇ ਹੋਏ ਨੇ। ਬਾਰ-ਬਾਰ ਇੱਕੋ ਗੱਲ ਹੋ ਰਹੀ ਹੈ, ਇੰਨੇ ਲੰਮੇ ਸਮੇਂ ਤੋਂ ਇੱਕੋ ਗੱਲ ਹੋ ਰਹੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਾਣੇ ਨੇ, ਔਰ ਉਸ ਤੋਂ ਬਾਅਦ ਫਿਰ ਬਿਆਨ ਵੀ ਆ ਗਿਆ ਕਿਸਾਨਾਂ ਦਾ ਕਿ ਠੀਕ ਆ, ਤੁਸੀਂ ਆਪਣੇ ਬਿਆਨ ਤੇ ਅੜੇ ਰਹੋ ਤੇ ਅਸੀਂ ਵੀ ਇੱਥੇ ਬੈਠੇ ਰਹਿਣਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਔਰ ਕਿਸਾਨਾਂ ਨੇ ਇਸ ਗੱਲ ਦੀ ਚੇਤਾਵਨੀ ਵੀ ਦਿੱਤੀ ਹੈ ਕਿ ਜੋ ਹਾਲਾਤ ਤੁਸੀਂ ਹੁਣ ਦੇਖ ਹੀ ਲਏ ਆ ਕਿ ਜੋ ਵੈਸਟ ਬੰਗਾਲ ਦੇ ਜੋ ਚੋਣਾਂ ਹੋਈਆਂ ਨੇ, ਜੋ ਉਸ ਦੇ ਵਿੱਚ ਜੋ ਹਾਲਾਤ ਹੋਏ ਨੇ, ਉਹ ਹਾਲਾਤ ਕਿਉਂਕਿ ਹੁਣ 5 ਰਾਜਾਂ ਵਿੱਚ ਹੋਰ ਚੋਣਾਂ ਹੋਣੀਆਂ ਨੇ, ਯੂਪੀ ਦੇ ਵਿੱਚ ਖਾਸ ਤੌਰ ਤੇ। ਔਰ ਦੇਖੋ ਸਭ ਤੋਂ ਵੱਡੀ ਗੱਲ ਕਿ ਇਹ ਨਰਿੰਦਰ ਮੋਦੀ ਦਾ ਜਿਹੜਾ ਚਿਹਰਾ ਵਾ, ਇਹ ਦਿੱਲੀ ਦੇ ਵਿੱਚ ਇਸਤੇਮਾਲ ਕੀਤਾ ਗਿਆ ਤੇ ਦਿੱਲੀ ਦੇ ਵਿੱਚ ਕੀ ਹਾਲਾਤ ਬਣੇ। ਬੰਗਾਲ ਦੇ ਵਿੱਚ ਇਹ ਚਿਹਰਾ ਇਸਤੇਮਾਲ ਕੀਤਾ ਗਿਆ ਤੇ ਬੰਗਾਲ ਦੇ ਵਿੱਚ ਕੀ ਹਾਲਾਤ ਬਣੇ। ਹੁਣ ਜਿੱਥੇ ਜਿੱਥੇ ਸਟੇਟ ਦਾ ਸੀਐਮ ਵਰਸਸ ਪੀਐਮ ਬਣਾਇਆ ਗਿਆ, ਉੱਥੇ ਉੱਥੇ ਨਰਿੰਦਰ ਮੋਦੀ ਨੂੰ ਮੂੰਹ ਦਿਖਾਣੀ ਪਈ। ਇਸੇ ਕਰਕੇ ਹੁਣ ਯੂਪੀ ਦੇ ਵਿੱਚ ਜਿਹੜੇ ਹਾਲਾਤ ਨੇ, ਉਹਦੇ ਵਿੱਚ ਜਿਹੜੇ ਬੈਨਰ ਲਾਏ ਜਾ ਰਹੇ ਨੇ, ਪੋਸਟਰ ਲਾਏ ਜਾ ਰਹੇ ਨੇ, ਉਹ 'ਚ ਨਰਿੰਦਰ ਮੋਦੀ ਦਾ ਚਿਹਰਾ ਨਿਰਧਾਰਿਤ ਕੀਤਾ ਜਾ ਰਿਹਾ ਹੈ। ਤੇ ਜ਼ਾਹਿਰ ਤੌਰ ਤੇ ਇਹ ਜੋ ਕੁਝ ਵੀ ਹੋ ਰਿਹਾ, ਜੋ ਕਿਸਾਨਾਂ ਦਾ ਇਸ਼ੂ ਬਣ ਰਿਹਾ, ਜੋ ਕੁਝ ਵੀ ਆ, ਇਹ ਸਾਰੇ ਅਲਟੀਮੇਟਲੀ ਇਸ ਦਾ ਨਤੀਜਾ ਜਿਹੜਾ ਭੁਗਤਣਾ ਪੈ ਰਿਹਾ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੁਗਤਣਾ ਪੈ ਰਿਹਾ, ਜਿਹੜੇ ਕਿ ਅੜੇ ਹੋਏ ਨੇ ਇਸ ਗੱਲ ਨੂੰ ਲੈ ਕੇ ਕਿ ਇਹ ਕਾਨੂੰਨ ਜਿਹੜੇ ਰੱਦ ਨਹੀਂ ਹੋਣਗੇ। ਉਹ ਬੋਲੀ ਤੇ ਉਹਨਾਂ ਦੇ ਮੰਤਰੀ ਬੋਲਦੇ ਨੇ, ਤੇ ਜ਼ਾਹਿਰ ਤੌਰ ਤੇ ਕਿਸਾਨਾਂ ਵੱਲੋਂ ਇਹ ਸਿੱਧੇ ਤੌਰ ਤੇ ਹੁਣ ਕਿਹਾ ਗਿਆ ਕਿ ਹੁਣ ਠੀਕ ਆ, ਯੂਪੀ ਦੇ ਵਿੱਚ ਤੁਸੀਂ ਦੇਖ ਲੈਣਾ ਵੀ ਹੁਣ ਕੀ ਹਾਲਾਤ ਹੁੰਦੇ ਨੇ, ਪੰਜਾਬ ਦੇ ਵਿੱਚ ਤੁਸੀਂ ਦੇਖ ਲੈਣਾ। ਇੱਕ ਸਿਆਸੀ ਵੱਡਾ ਕਹਿ ਸਕਦੇ ਆ ਕਿ ਨੁਕਸਾਨ ਜਿਹੜਾ ਝੱਲਣ ਦੀ ਇੱਕ ਚੇਤਾਵਨੀ ਦਿੱਤੀ ਹੈ ਕਿਸਾਨਾਂ ਨੇ ਕਿ ਇਹ ਤੁਹਾਨੂੰ ਝੱਲਣਾ ਪਵੇਗਾ ਜੇ ਤੁਸੀਂ ਜਿਹੜੇ ਇਸੇ ਗੱਲਾਂ ਤੇ ਅੜੇ ਰਹੋਗੇ। ਬਾਕੀ ਦੇਖੋ ਜਿਹੜੀਆਂ ਜੀ ਤੁਹਾਡਾ ਮੈਨੂੰ ਲੱਗਦਾ ਕਾਲਰ, ਬਿਲਕੁਲ ਇੱਕ ਕਾਲਰ ਵੀ ਆਪਣੇ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਹਿਰੀ ਜੀ ਰਜੇਸ਼ ਗਿੱਲ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਹਾਂਜੀ, ਮੈਂ ਜਸਪਾਲ ਸਿੰਘ ਬੋਲ ਰਿਹਾ ਜੀ, ਇੱਥੇ ਜਨਤਾ ਤੋਂ। ਜੀ ਜਸਪਾਲ ਜੀ। ਹਾਂਜੀ, ਮੈਂ ਕਿਸਾਨੀ ਜਿਹੜਾ ਹੁਣ ਤੋਮਰ ਕਹਿੰਦਾ ਕੋਈ ਮੰਗਾ ਸੀ ਗੱਲਬਾਤ ਤੇ ਤਿਆਰ ਰਿਹਾ, ਉਹਦੇ ਵਿੱਚ ਕੋਈ ਨਵੀਂ ਗੱਲ ਤਾਂ ਹੈ ਨਹੀਂ ਕੋਈ ਵੀ। ਹਾਂਜੀ ਬਿਲਕੁਲ, ਉਹਨਾਂ ਨੂੰ ਪਤਾ ਵੀ ਕਿਸਾਨ ਜਿਹੜਾ ਰੱਦ ਕਰਾਉਣਾ ਚਾਹੁੰਦੇ ਆ, ਉਹ ਕਹਿੰਦਾ ਰੱਦ ਕਾਨੂੰਨ ਰੱਦ ਹੋ ਨਹੀਂ ਸਕਦੇ, ਫਿਰ ਇਹਦਾ ਫਾਇਦਾ ਕੀ ਉੱਥੇ ਜਾਣਦਾ ਇਹਨਾਂ ਨੂੰ। ਬਿਲਕੁਲ, ਇਹ ਜਿਹੜਾ ਮੈਨੂੰ ਏਦਾਂ ਲੱਗਦਾ ਵੀ ਇਹ ਇਲੈਕਸ਼ਨਾਂ ਤੱਕ, ਹੁਣ ਪੰਜਾਬ 'ਚ ਇਲੈਕਸ਼ਨਾਂ ਹੋਣੀਆਂ, ਫਿਰ ਯੂਪੀ 'ਚ ਹੋਣੀਆਂ, ਉਨਾ ਚਿਰ ਇਹਨੀ ਲਾਈਟਾਂ ਲਮਕਾਈ ਜਾਣਾ ਇਹ ਮੁੱਦਾ, ਫਿਰ ਇਲੈਕਸ਼ਨਾਂ ਦਾ ਰੌਲਾ ਪੈ ਜਾਣਾ। ਫਿਰ ਇਹਦਾ ਇਸ ਕਰਕੇ ਲਮਕਾਉਣਾ ਚਾਹੁੰਦੇ ਆ ਵੀ ਜਦ ਤੱਕ ਕਿਸਾਨਾਂ ਨੂੰ ਜਿਹੜਾ ਅੰਦੋਲਨ ਫੇਲ ਫੁੱਲ ਹੋ ਜਾਣਾ, ਇਹਨੂੰ ਕਰਾਉਣ ਚੱਲ ਜਾਣਾ, ਇਲੈਕਸ਼ਨਾਂ ਲੋਕਾਂ ਨੂੰ ਬਿਜੀ ਹੋ ਜਾਣਾ। ਤੇ ਬੜੀ ਇਹ ਮਾੜੀ ਗੱਲ ਆ ਵੀ ਜਿਹੜਾ ਆਪਣਾ ਹੁਣ ਇਹਨਾਂ ਦਾ ਸੈਂਟਰ ਦਾ ਹੈ ਨਾ, ਇੱਕ ਉਹਦੀ ਮਨਸ਼ਾ ਹੀ ਨਹੀਂ ਹੁੰਦੀ
ਉਹਦੇ ਮਨ 'ਚ ਹੈ ਨਹੀਂ ਇਹ ਕਾਨੂੰਨ ਰੱਦ ਕਰਨ ਦੀ। ਜੀ ਬਿਲਕੁਲ। ਉਹ ਸਿਰ ਲਮਕਾਉਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਕੱਲਾ ਹੀ ਸੈਂਟਰ ਨਹੀਂ, ਇਕੱਲਾ ਪੰਜਾਬ ਦਾ ਬੰਦਾ ਵੀ ਹੈ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਆ, ਇਹ ਵੀ ਨਹੀਂ ਚਾਹੁੰਦਾ ਵੀ ਕਿਸਾਨਾਂ ਦਾ ਮਸਲਾ ਹੱਲ ਹੋਵੇ। ਇਹ ਵੀ ਏਦਾਂ ਇਹ ਕਿਸਾਨਾਂ ਦੇ ਲੀਡਰ ਵਿੱਚੋਂ ਕੋਈ ਲੀਡਰ ਉੱਪਰ ਨੂੰ ਦੇਣਾ ਚਾਹੁੰਦੇ ਪਏ ਇਲੈਕਸ਼ਨਾਂ ਵਿੱਚ ਚੱਕਰ ਨੂੰ ਏਦਾਂ ਲਮਕਾਈ ਜਾਓ, ਹੋ ਸਾਰਾ ਇਲੈਕਸ਼ਨਾਂ ਤੋਂ ਬਾਅਦ ਵੀ ਏਦਾਂ ਹੀ ਚੱਲੇ। ਜੀ ਥੈਂਕ ਯੂ ਵੈਰੀ ਮਚ। ਬਿਲਕੁਲ, ਥੈਂਕ ਯੂ ਜਸਪਾਲ ਜੀ। ਜੀ ਰਾਜੇਸ਼ ਜੀ, ਵਾਕਈ ਨਵੀਂ ਗੱਲ ਤਾਂ ਕੋਈ ਵੀ ਨਹੀਂ ਹੈ। ਪ੍ਰੈਸ ਕਾਨਫਰੰਸ ਕੀਤੀ ਵੀ ਗਈ ਜੇ ਤੇ ਇਹ ਤਾਂ ਗੱਲਾਂ ਪਹਿਲਾਂ ਵੀ ਕੀਤੀਆਂ ਜਾ ਰਹੀਆਂ ਸੀ, ਕਦੀ ਬਹਾਨਾ ਲਗਾਇਆ ਜਾ ਰਿਹਾ ਸੀਗਾ ਕੇਂਦਰ ਸਰਕਾਰ ਦੇ ਵੱਲੋਂ ਕਿ ਕਿਸਾਨਾਂ ਦੀ ਜਿਹੜੀ ਚਿੱਠੀ ਹੈ ਸਾਡੇ ਨਾਲ ਮੁਲਾਕਾਤ ਕਰਨ ਦੀ, ਉਹ ਚਿੱਠੀ ਸਾਡੇ ਤੱਕ ਪਹੁੰਚੀ ਨਹੀਂ ਹੈ। ਕਈ ਤਰ੍ਹਾਂ ਦੇ ਬਹਾਨੇ ਕੀਤੇ ਗਏ। ਕਿਸਾਨ ਆਗੂਆਂ ਨੇ ਗੱਲ ਕਹਿ ਦਿੱਤੀ ਸੀਗੀ ਕਿ ਚਿੱਠੀ ਦਾ ਕੀ, ਅਸੀਂ ਦੁਬਾਰਾ ਭੇਜਣ ਲਈ ਤਿਆਰ ਹਾਂ, ਸੱਦਾ ਦੁਬਾਰਾ ਦਿੱਤਾ ਜਾ ਸਕਦਾ ਹੈ, ਪਰ ਸਰਕਾਰ ਕੁਝ ਹੱਥ ਪੈਰ ਤਾਂ ਫੜਾਏ। ਤੇ ਜੇ ਸਰਕਾਰ ਨੇ ਅੱਗੇ ਅਪਡੇਟ ਕੀਤਾ ਹੀ ਤਾਂ ਫਿਰ ਉਹੀ ਦੁਬਾਰਾ ਤੋਂ ਗੱਲ ਦੁਹਰਾ ਦਿੱਤੀ ਗਈ ਹੈ ਵੀ ਕਾਨੂੰਨ ਰੱਦ ਨਹੀਂ ਹੋਣਗੇ, ਸੇਧ ਜੇ ਕਰਾਣੀ ਹੈ, ਜੇ ਅਮੈਂਡਮੈਂਟ ਕੁਝ ਕਰਾਣੀ ਤਾਂ ਉਹਦੇ ਲਈ ਸਰਕਾਰ ਤਿਆਰ ਹੈ। ਆਪਣੇ ਨਾਲ ਕਾਲਰ ਵੀ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਹੈਲੋ। ਹਾਂਜੀ ਹਾਂਜੀ ਸਰ, ਕੀ ਕਹਿਣਾ ਚਾਹੋਗੇ? ਮੈਂ ਇਸ ਟੌਪਿਕ ਤੇ ਗੱਲ ਕਰਨੀ ਆ। ਮੈਂ ਜੀ ਭਜਨ ਬੋਲਣਾ ਕੈਲਗਰੀ ਤੋਂ। ਜੀ ਹਰਭਜਨ ਜੀ, ਕਰ ਸਕਦੇ ਹੋ ਜੀ ਇਸ ਟੌਪਿਕ ਤੇ ਗੱਲ, ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਤੇ ਸ਼ੈਰੀ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਕੁਝ ਵੀ ਹੋ ਰਿਹਾ ਇਹ ਮਤਲਬ ਕੋਈ ਵੀ ਇਹਦਾ ਰਿਜ਼ਲਟ ਜਿਹੜਾ ਅੱਜ ਤੱਕ ਸਾਹਮਣੇ ਨਹੀਂ ਆਇਆ। ਜਿਸ ਤਰ੍ਹਾਂ ਦਾ ਵੀ ਜੋ ਕੁਝ ਵੀ ਹੋ ਰਿਹਾ, ਕਿੰਨਾ ਚਿਰ ਹੋ ਗਿਆ, 6 ਮਹੀਨੇ ਹੋ ਗਏ, ਗਾਹਾਂ ਪਤਾ ਨਹੀਂ ਕਿੰਨਾ ਚਿਰ ਹੋਣਾ। ਜੀ ਮੇਰੇ ਤੋਂ ਪਹਿਲਾਂ ਇੱਕ ਕਾਲਰ ਸੀਗੇ, ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਸ ਮੂਵਮੈਂਟ ਦਾ ਕੋਈ ਨਾ ਕੋਈ ਜਿਹੜਾ ਰਣਨੀਤੀ ਆ ਜਿਹੜੀ ਇਹ ਬਦਲਣੀ ਚਾਹੀਦੀ ਆ, ਕਿਉਂਕਿ ਉਹ ਇਸ ਗੱਲ ਤੇ ਬੈਠੇ ਆ, ਸਰਕਾਰ ਇਸ ਗੱਲ ਤੇ ਬੈਠੀ ਆ ਕਿ ਇਹਨਾਂ ਨੇ ਜੋ ਕੁਝ ਕਰਨਾ, ਜੋ ਕੁਝ ਕਰ ਰਹੇ ਆ, ਇਹ ਤੋਂ ਬਾਅਦ ਕੁਝ ਨਹੀਂ ਹੋ ਸਕਦਾ। ਸੋ ਇਹਨੂੰ ਜਿਸ ਤਰ੍ਹਾਂ ਵੀ ਹੋ ਸਕਦਾ, ਇਹਨੂੰ ਇਸ ਮੂਵਮੈਂਟ ਨੂੰ ਫੇਲ ਕਰਨ ਦੇ ਤਾਂ ਉਹਨਾਂ ਨੇ ਹਰੇਕ ਯਤਨ ਕੀਤਾ। ਜਦ ਹੁਣ ਤੱਕ ਜਿੰਨੇ ਵੀ ਉਹਨਾਂ ਦੇ ਕੋਲ ਪੁਆਇੰਟ ਸੀਗੇ ਉਹ ਸਾਰੇ ਸਟੈਪ ਬਾਈ ਸਟੈਪ ਸਾਰੇ ਵਰਤ ਲਾਇਆ ਜੀ। ਬਿਲਕੁਲ, ਉਹਨਾਂ 'ਚ ਕਾਮਯਾਬ ਨਹੀਂ ਹੋਏ। ਹੁਣ ਅਖੀਰ ਉਹਨਾਂ ਦਾ ਇਹੀ ਮੰਤਵ ਹੈਗਾ ਵੀ ਜਿਹੜਾ ਇਹਨੂੰ ਹੋਰ ਡਿਲੇ ਕਰਕੇ ਇਲੈਕਸ਼ਨਾਂ ਤੱਕ ਲੈ ਜਾਓ, ਇਲੈਕਸ਼ਨਾਂ ਤੋਂ ਬਾਅਦ ਜੋ ਕੁਝ ਹੋਊਗਾ ਦੇਖੀ ਜਾਊਗਾ ਜੀ। ਸੋ ਮੈਂ ਗਿੱਲ ਸਾਹਿਬ ਆਪ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹੁਣ ਇਹਨਾਂ ਦੀ ਗਾਹਾਂ ਕੋਈ ਨੀਤੀ ਕਈ ਵਾਰੀ ਅਨਾਉਂਸ ਕੀਤਾ ਹੈ ਕਿਸਾਨਾਂ ਨੇ ਵੀ ਅਸੀਂ ਨੈਕਸਟ ਸਟੈਪ ਜਿਹੜਾ ਉਹ ਪਾਰਲੀਮੈਂਟ ਤੇ ਘੇਰਾਓ ਕਰਨਾ ਜਾਂ ਕੋਈ ਜਿਹੜੀਆਂ ਜਥੇ ਬਣਾ ਕੇ ਜਿਹੜੀ ਅਰੈਸਟ ਹੋਣੇ ਆ ਉਹ ਕਰਨਾ ਜਾਂ ਇਹੋ ਜਿਹਾ ਕੋਈ ਸਟੈਪ ਹਾਲੇ ਤੱਕ ਲਿਆ ਨਹੀਂ ਹੈ। ਮੇਰਾ ਖਿਆਲ ਹੈ ਹੁਣ ਇਹਨਾਂ ਨੂੰ ਹੋਰ ਕੋਈ ਰਸਤਾ ਨਹੀਂ ਦਿਖਦਾ ਸਿਵਾਏ ਇਸ ਸਟੈਪ ਤੋਂ, ਜਿਹੜਾ ਸ਼ਾਂਤਮਈ ਢੰਗ ਆ ਉਹ ਤੁਹਾਡੇ ਸਾਹਮਣੇ ਹੀ ਆ। ਇਹ ਤੋਂ ਵੱਧ ਹੋ ਨਹੀਂ ਸਕਦਾ ਜੋ ਕੁਛ ਉਹਨਾਂ ਨੇ ਕੀਤਾ। ਸੋ ਇਹਦੇ ਨਾਲ ਮੇਰਾ ਤਾਂ ਖਿਆਲ ਰੱਖਦੀ ਹੈ ਇਸ ਵੇਲੇ ਜਾਂ ਤਾਂ ਇਹਨਾਂ ਨੂੰ ਇਹ ਕੁਛ ਰਣਨੀਤੀ ਜਿਹੜੀ ਆ ਚੇਂਜ ਕਰਨੀ ਚਾਹੀਦੀ ਆ ਬਿਫੋਰ ਇਲੈਕਸ਼ਨ। ਦੇ ਸ਼ੁੱਡ ਕੰਪਲੀਟ ਐਵਰੀਥਿੰਗ ਜੀ। ਸੋ ਮੈਂ ਇਹ ਬੇਨਤੀ ਕਰਨੀ ਸੀ ਗਿੱਲ ਸਾਹਿਬ ਨੂੰ ਵੀ ਮੈਨੂੰ ਕੁਛ ਇਹਦੇ ਬਾਰੇ, ਕਿਉਂਕਿ ਅਸੀਂ ਬਾਹਰ ਬੈਠੇ ਕਰ ਤਾਂ ਕੁਛ ਸਕਦੇ ਨਹੀਂ ਆ, ਬਸ ਇਹੀ ਆ ਗਈ ਆ ਵੀ ਜਿਹੜੀ ਕੋਈ ਗੱਲ ਤੁਹਾਡੇ ਥਰੂ ਸੁਣ ਲੈਂਦੇ ਆ ਤੇ ਉਹਦਾ ਕੋਈ ਜਵਾਬ ਦੇ ਦਿੰਦੇ ਆ ਜੀ, ਪਰ ਇਹਦਾ ਸਾਡੇ ਹੱਥ ਵੱਸ ਕੁਛ ਨਹੀਂ ਗਾ ਇੱਥੇ ਜੀ ਸਰ। ਸਿਰਫ ਇੱਕ ਗੱਲ ਕਰ ਸਕਦੇ ਆ, ਤੁਹਾਨੂੰ ਸੁਜੈਸ਼ਨ ਦੇ ਸਕਦੇ ਆ। ਸੋ ਇਸ ਬਾਰੇ ਜਿੱਦਾਂ ਵੀ ਹੈਗਾ ਮੈਨੂੰ ਐਕਸਪਲੇਨ ਕਰਨ ਵੀ ਕੀ ਹੁਣ ਗਾਹਾਂ ਹੋ ਸਕਦਾ ਤੇ ਕੀ ਨਹੀਂ ਜੀ। ਬਿਲਕੁਲ ਠੀਕ ਹੈ ਜੀ ਸਰ, ਥੈਂਕ ਯੂ ਜੀ। ਜੀ ਰਾਜੇਸ਼ ਜੀ, ਰਣਨੀਤੀ ਜਾਣਨਾ ਚਾਹੁੰਦੇ ਨੇ ਖਾਸ ਕਰਕੇ ਇੱਧਰ ਬੈਠੇ ਲੋਕ, ਕਿਉਂਕਿ ਬਹੁਤ ਦੇਰ ਤੋਂ ਕਿਸਾਨ ਅੰਦੋਲਨ ਚੱਲਦਾ ਆ ਰਿਹਾ। ਸ਼ੁਰੂਆਤ ਹੋਈ ਸੀ ਕਿਸਾਨ ਅੰਦੋਲਨ ਦੀ, ਜਿਵੇਂ ਜਿਵੇਂ ਕਿਸਾਨ ਅੰਦੋਲਨ ਵੱਧਦਾ ਜਾ ਰਿਹਾ ਸੀ ਉਵੇਂ ਉਵੇਂ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਆਵਾਜ਼ ਉੱਠਣ ਲੱਗੀ। ਲੋਕਾਂ ਨੇ ਨਾਕੇ ਲਗਾਏ, ਇੱਥੇ ਧਰਨੇ ਲਗਾਏ ਉਹਨਾਂ ਦੇ ਹੱਕ ਦੇ ਵਿੱਚ, ਉਹਨਾਂ ਨੂੰ ਸਪੋਰਟ ਕਰਨ ਦੇ ਲਈ ਜਿਹੜਾ ਲੋਕ ਇਕੱਠੇ ਹੁੰਦੇ ਸੀਗੇ। ਕਈ ਰੈਲੀਆਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਖੁਦ ਕਵਰ ਕੀਤੀਆਂ ਜਾ ਜਾ ਕੇ ਕਿ ਲੋਕ ਕਿੰਨੇ ਜ਼ਿਆਦਾ ਇਸ ਸਪੋਰਟ ਦੇ ਵਿੱਚ ਸੀ। ਹੁਣ ਜਦੋਂ ਇਹ ਤਾਂ ਸ਼ਾਂਤ ਹੋ ਚੁੱਕਿਆ ਕਿਉਂਕਿ ਨਾ ਅੱਗੇ ਕੋਈ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ, ਨਾ ਕੁਛ, ਨਾ ਸਰਕਾਰ ਦੇ ਵੱਲੋਂ ਕੁਝ ਕਿਹਾ ਜਾ ਰਿਹਾ। ਕਿਸਾਨ ਹਾਲਾਂਕਿ ਉੱਦਾਂ ਹੀ ਇਕੱਠੇ ਹੋ ਰੱਖੇ ਨੇ, ਆਪਣੇ ਅੰਦੋਲਨ ਉਹਨਾਂ ਨੇ ਜਾਰੀ ਰੱਖਿਆ ਹੋਇਆ। ਹੁਣ ਅੱਗੇ ਰਣਨੀਤੀ ਕੀ ਹੈ ਕਿ ਇੱਦਾਂ ਹੀ ਬੈਠ ਕੇ ਬਸ ਸਰਕਾਰੀ ਫਰਮਾਨ ਦਾ ਇੰਤਜ਼ਾਰ ਕਰਨਾ ਹੀ ਹੱਲ ਹੈ, ਜਾਂ ਫਿਰ ਅੱਗੇ ਕਿਸਾਨਾਂ ਦੇ ਵੱਲੋਂ ਕੋਈ ਰਣਨੀਤੀ ਜਿਹੜੀ ਹੈ ਉਹ ਲਿਖੀ ਗਈ ਹੈ, ਕੋਈ ਉਹਨਾਂ ਦੀ ਸਟ੍ਰੈਟਜੀ ਅੱਗੇ
हैगी है इस संबंधी? देखो शरी, बिल्कुल वाजिब सवाल है और हर जहन च इस वेले ये सवाल जिहड़ा है वो बड़ा हलचल मचा रहा है। देखो ਅਸੀਂ ਆਮ ਇਨਸਾਨ ਬੈਠੇ ਆ, ਆਪਣੇ ਘਰਾਂ ਦੇ ਵਿੱਚ ਬੈਠੇ ਆ, ਸਾਡੇ ਅੰਦਰ ਇੰਨੀ ਅਨਰੈਸਟ ਪੈਦਾ ਹੋ ਰਹੀ ਹੈ ਕਿ ਇਹ ਹੁਣ ਮਸਲੇ ਦਾ ਹੱਲ ਹੋਣਾ ਚਾਹੀਦਾ, ਹੁਣ ਨਿਕਲਣਾ ਚਾਹੀਦਾ ਹੱਲ। ਪਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਵਾਰੀ-ਵਾਰੀ ਜਾਈਏ ਉਹਨਾਂ ਕਿਸਾਨਾਂ ਦੇ, ਉਹਨਾਂ ਯੋਧਿਆਂ ਦੇ ਜਿਹੜੇ ਇਸ ਵੇਲੇ ਸਰਹੱਦਾਂ ਤੇ ਬੈਠੇ ਹੋਏ ਨੇ ਔਰ ਬਿਲਕੁਲ ਮਤਲਬ ਇੰਨੀ ਗਰਮੀ ਆ, ਇੰਨੇ ਬੁਰੇ ਹਾਲਾਤ ਨੇ, ਉਹਨਾਂ ਹਾਲਾਤਾਂ ਦੇ ਵਿੱਚ ਇਸ ਵੇਲੇ ਆਪਣੀ ਲੜਾਈ ਲੜ ਰਹੇ ਨੇ, ਉਹਨਾਂ ਦੇ ਉੱਤੇ ਕੀ ਬੀਤਰੀ ਹੋਏਗੀ ਕਿ ਜਿਹੜੇ ਆਪਣੇ ਘਰ ਪਰਿਵਾਰ, ਆਪਣੇ ਬਾਲ ਬੱਚਿਆਂ ਨੂੰ ਛੱਡ ਕੇ ਉੱਥੇ ਜਿਹੜਾ ਉਹ ਸਮਾਂ ਬਤੀਤ ਕਰ ਰਹੇ ਨੇ ਔਰ ਇੱਕ ਇੱਕ ਪਲ ਜਿਹੜਾ ਇੱਕ ਉਹਨਾਂ ਵਾਸਤੇ ਕੀਮਤੀ ਹੈ, ਜਿਹੜਾ ਉੱਥੇ ਉਹਨਾਂ ਦਾ ਬੀਤ ਰਿਹਾ। ਇਹਦੇ ਬਾਰੇ ਸੋਚ ਕੇ ਵੀ ਬੜਾ ਇੱਕ ਮਹਿਸੂਸ ਹੁੰਦਾ ਕਿ ਉਹ ਕਿਵੇਂ ਸਮਾਂ ਨਿਕਲ ਰਿਹਾ ਹੋਏਗਾ। ਪਰ ਸਭ ਤੋਂ ਵੱਡੀ ਗੱਲ ਹੈ, ਦੇਖੋ ਜਿਹੜਾ ਸੰਯੁਕਤ ਮੋਰਚਾ ਜਿਹੜਾ ਹੈ ਉਹ ਬੜੀ ਸਿਆਣੀ ਲੀਡਰਸ਼ਿਪ ਹੈ। ਉਹਨਾਂ ਨੇ ਹੁਣ ਤੱਕ ਕੋਸ਼ਿਸ਼ ਇਹ ਕੀਤੀ, ਸਭ ਤੋਂ ਵੱਡੀ ਪਹਿਲੀ ਕੋਸ਼ਿਸ਼ ਇਹ ਸੀ ਕਿ ਇਹ ਅੰਦੋਲਨ ਲੰਬਾ ਚੱਲ ਜਾਏ, ਗੱਲ ਨਹੀਂ, ਪਰ ਇਹ ਸ਼ਾਂਤਮਈ ਢੰਗ ਨਾਲ ਹੋਣਾ ਚਾਹੀਦਾ। ਅਸੀਂ ਬੈਕਫੁੱਟ ਤੇ ਕਦੋਂ ਆਏ? ਜਦੋਂ ਵਾਇਲੈਂਟ ਹੋਏ। ਔਰ ਹਰਭਜਨ ਜੀ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਕੋਈ ਪਾਰਲੀਮੈਂਟ ਨੂੰ ਘੇਰਨਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ, ਉਹ ਤੇ ਚਾਹੁੰਦੇ ਨੇ ਕੋਈ ਅਜਿਹਾ ਫੇਰ ਸਟੈਪ ਲੈਣ ਜਿਸ ਦੇ ਨਾਲ ਇਸ ਨੂੰ ਆਪਾਂ ਇੱਕ ਵੱਡਾ ਇੱਕ ਥੋੜਾ ਮਾਰ ਕੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਉਹ ਇਹ ਸਟ੍ਰੈਟਜੀ ਜਿਹੜੀ ਹੈ ਗਵਰਨਮੈਂਟ ਨੂੰ ਜ਼ਿਆਦਾ ਪਸੰਦ ਆਏਗੀ, ਉਹਨਾਂ ਨੂੰ ਜ਼ਿਆਦਾ ਸੂਟ ਕਰੇਗੀ। ਪਰ ਇਹ ਜਿਹੜਾ ਸ਼ਾਂਤਮਈ ਢੰਗ ਨਾਲ ਅੰਦੋਲਨ ਚੱਲ ਰਿਹਾ ਵਾ, ਉਹਦੇ ਵਿੱਚ ਦੇਖੋ ਇਹਨਾਂ ਨੇ ਪ੍ਰੋਗਰਾਮਸ ਦਿੱਤੇ ਨੇ ਆਪਣੇ ਕਿਸਾਨਾਂ ਨੇ। ਹੁਣ ਪਹਿਲਾਂ ਥੋੜੇ ਦਿਨ ਪਹਿਲਾਂ ਸੀਗਾ ਕਾਲੀਆਂ ਝੰਡੀਆਂ ਲਾਉਣ ਦੇ ਘਰ ਘਰ ਆਪਣੀਆਂ ਘਰਾਂ ਦੇ ਉੱਤੇ, ਆਪਣੀ ਗੱਡੀਆਂ ਦੇ ਉੱਤੇ, ਔਰ ਬੜਾ ਕਾਮਯਾਬ ਉਹ ਪ੍ਰੋਟੈਸਟ ਰਿਹਾ। ਪਰ ਗੱਲ ਦੇਖੋ ਲੋਕ ਭਾਲਦੇ ਨੇ ਨਤੀਜਾ, ਇਸ ਦਾ ਨਤੀਜਾ ਕੀ ਹੈ। ਔਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਨਰਿੰਦਰ ਸਿੰਘ ਤੋਮਰ ਨੇ, ਉਹ ਪ੍ਰੈਸ ਕਾਨਫਰੰਸ ਪਹਿਲੀ ਅਜਿਹੀ ਨਹੀਂ ਆ। ਜਿੰਨੀਆਂ ਮੀਟਿੰਗਾਂ ਹੋਈਆਂ, ਹਰ ਮੀਟਿੰਗ ਤੋਂ ਬਾਅਦ ਜਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਸੀ, ਉਹਦੇ ਵਿੱਚ ਵੀ ਇਹੀ ਬਿਆਨ ਹੁੰਦਾ ਸੀ ਜੋ ਅੱਜ ਬਿਆਨ ਆਇਆ ਔਰ ਇਹੀ ਚੀਜ਼ ਜਿਹੜੀ ਆ ਕਿਸਾਨਾਂ ਵੱਲੋਂ ਰਿਐਕਸ਼ਨ ਸਾਹਮਣੇ ਹੁੰਦੇ ਸੀ। ਹੁਣ ਕਿਸਾਨ ਜਿਹੜੇ ਨੇ ਉਹ ਇੱਕੋ ਗੱਲ ਰਟਾ ਕੇ ਬੈਠੇ ਹੋਏ ਨੇ। ਉਹਨਾਂ ਦਾ ਇੱਕੋ ਕਹਿਣਾ ਕਿ ਭਾਵੇਂ ਇਹ ਜਿਹੜਾ ਵਾ ਅੰਦੋਲਨ ਉਹਨਾਂ ਦਾ 24 ਤੱਕ ਚਲੇ ਜਾਏ ਤੇ ਉਹ 24 ਤੱਕ ਵੀ ਬੈਠਣ ਨੂੰ ਤਿਆਰ ਨੇ। ਔਰ ਇੱਥੇ ਦੇਖੋ ਜਦੋਂ ਕਿਸਾਨ ਇੱਥੇ ਬੈਠਦੇ ਵੀ ਨੇ, ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਤੁਸੀਂ ਇਲੈਕਸ਼ਨ ਦੇ ਦੌਰਾਨ ਕਾਰਨਰ ਕਰਤਾ, ਤੁਸੀਂ ਇਲੈਕਸ਼ਨ ਦੇ ਦੌਰਾਨ ਉਹਨਾਂ ਨੂੰ ਇੱਥੇ ਬਿਠਾਤਾ ਤੇ ਉਹ ਇਲੈਕਸ਼ਨ ਦੇ ਦੌਰਾਨ ਕੁਝ ਨਹੀਂ ਕਰਨਗੇ, ਸਿਰਫ ਇੱਥੇ ਬੈਠੇ ਰਹਿਣਗੇ। ਨਹੀਂ, ਅਜਿਹਾ ਨਹੀਂ ਹੋਇਆ। ਤੁਸੀਂ ਦੇਖਿਆ ਕਿ ਉਹਨਾਂ ਨੇ ਬੰਗਾਲ ਦੇ ਵਿੱਚ ਜਾ ਕੇ ਕੀ ਕੁਝ ਕੀਤਾ ਔਰ ਕਿੰਨਾ ਉਸਦਾ ਅਸਰ ਵੇਖਣ ਨੂੰ ਮਿਲਿਆ ਔਰ ਉਹਨਾਂ ਥਾਵਾਂ ਤੇ ਇਹਨਾਂ ਕਿਸਾਨਾਂ ਦਾ ਕਿਵੇਂ ਸਵਾਗਤ ਹੋਇਆ। ਹੁਣ ਜਦੋਂ 5 ਸਟੇਟਸ ਦੇ ਵਿੱਚ ਇਲੈਕਸ਼ਨ ਹੋਣੇ ਨੇ ਤੇ ਕੀ ਇਹ ਢਾਹ ਨਹੀਂ ਲਾਉਣਗੇ? ਇਹ ਕਿਸਾਨ ਬਿਲਕੁਲ ਢਾਹ ਲਾਉਣਗੇ। ਇਹਨਾਂ ਦੀਆਂ ਟੀਮਾਂ ਜਿਹੜੀਆਂ ਨੇ ਵੱਖ-ਵੱਖ ਸਟੇਟ ਦੇ ਵਿੱਚ, ਦੇਖੋ ਪੰਜਾਬ ਦੇ ਵਿੱਚ ਤੇ ਪੱਕਾ ਹੈ, ਯੂਪੀ ਦੇ ਵਿੱਚ ਵੀ ਪੱਕਾ ਹੈ ਕਿ ਜਿਹੜੀ ਢਾਹ ਲੱਗਣੀ ਜਿਹੜੀ ਉਹ ਲਾਜ਼ਮੀ ਹੈ। ਉਹਨਾਂ ਸਟੇਟ ਦੇ ਵਿੱਚ ਵੀ ਜਿੱਥੇ ਜਾ ਕੇ ਕਿਸਾਨ ਜਾ ਕੇ ਬੈਠਣਗੇ ਉੱਥੇ ਵੀ ਢਾਹ ਲੱਗੇਗੀ। ਪਰ ਸਭ ਤੋਂ ਵੱਡੀ ਗੱਲ ਹੈ, ਇੱਕ ਸੋਚ ਦੀ ਗੱਲ ਹੈ ਕਿ ਸੋਚ ਜਿਹੜੀ ਆ ਉਹ ਪਹਿਲਾਂ ਹੀ ਬਣੀ ਹੋਈ ਹੈ। ਕਿਉਂਕਿ ਪਿੱਛੇ ਕੀ ਆ, ਪਿੱਛੇ ਕਾਰਪੋਰੇਟ ਘਰਾਣੇ, ਨਰਿੰਦਰ ਮੋਦੀ ਦੇ ਪਿੱਛੇ ਜਾਂ ਆਮ ਮੰਤਰੀਆਂ ਦੇ ਪਿੱਛੇ, ਇਹਨਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਦੀ ਅਕਲ ਜਿਹੜੀ ਆ ਉਹ ਕੰਮ ਕਰ ਰਹੀ ਆ, ਜਿਸ ਕਰਕੇ ਇਹ ਕਾਨੂੰਨ ਰੱਦ ਨਹੀਂ ਹੋ ਰਹੇ। ਸਮਝ ਸਭ ਕੁਝ ਆਉਂਦੀ ਹੈ, ਪਰ ਇਹ ਜਿਹੜੀ ਇੱਕ ਮਜਬੂਰੀ ਕਹਿ ਸਕਦੇ ਆ ਕਿ ਸਾਨੂੰ ਉਹ ਨਜ਼ਰ ਆਉਂਦੀ ਹੈ। ਪਰ ਇੰਨੀ ਵੀ ਮਜਬੂਰੀ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਕਿ ਸਾਡੇ ਦੇਖੋ ਕਿੰਨੇ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਸ਼ਹਾਦਤਾਂ ਦੇ ਚੁੱਕੇ ਨੇ ਔਰ ਇਹ ਕਿਸਾਨ ਆਪਣੇ ਘਰ-ਬਾਰ ਛੱਡ ਕੇ ਬੈਠੇ ਹੋਏ ਨੇ। ਪਰ ਉਸਦੇ ਬਾਵਜੂਦ ਵੀ ਜਿਹੜਾ ਨਤੀਜਾ ਸਾਹਮਣੇ ਨਹੀਂ ਆ ਰਿਹਾ, ਲੋਕਾਂ ਦੇ ਵਿੱਚ ਅਨਰੈਸਟ ਪੈਦਾ ਹੋ ਰਿਹਾ ਇਸ ਗੱਲ ਨੂੰ ਲੈ ਕੇ ਕਿ ਇਹ ਨਤੀਜਾ ਸਾਹਮਣੇ ਆਉਣਾ ਚਾਹੀਦਾ। ਇਹ ਵਾਜਬ ਵੀ ਹੈ, ਬਿਲਕੁਲ ਹੋਣਾ ਚਾਹੀਦਾ ਹੈ। ਹੁਣ ਕਿਸਾਨਾਂ ਦੀ ਜਿਹੜੀ ਅਗਲੀ ਰਣਨੀਤੀ, ਦੇਖੋ ਅਸਲੀ ਰਣਨੀਤੀ ਤੇ ਆਪਣੀ ਸੰਯੁਕਤ ਮੋਰਚੇ ਨੇ ਬੈਕ ਤਿਆਰ ਕਰਨੀ ਹੈ, ਉਹਨਾਂ ਨੇ ਦੱਸਣੀ ਹੈ ਜੀ। ਪਰ ਹੁਣ ਤੱਕ ਜਿਹੜਾ ਅਸੀਂ ਅਸੈਸ ਕਰਦੇ ਹਾਂ ਉਹ ਹਥਿਆਰ ਇਹ ਰਿਹਾ ਵਾ ਕਿ ਜਿੰਨਾ ਸ਼ਾਂਤਮਈ ਰਹੇਗਾ ਉਨੀ ਵੱਡੀ ਕਾਮਯਾਬੀ ਮਿਲੇਗੀ ਔਰ ਜਿੰਨਾ ਨੁਕਸਾਨ ਸਾਨੂੰ 26 ਜਨਵਰੀ ਤੋਂ ਹੋ ਚੁੱਕਿਆ ਹੈ ਉਸ ਦੇ ਨਾਲ ਉਹਨੂੰ ਹਜੇ ਪੂਰੀ ਤਰ੍ਹਾਂ ਨਾਲ ਅੰਦੋਲਨ ਨੂੰ ਦੁਬਾਰਾ ਖੜਾ ਨਹੀਂ ਕੀਤਾ ਜਾ ਸਕਿਆ। ਉਹ ਅੰਦੋਲਨ ਦੀ ਉਹ ਗੱਲ ਜਿਸ ਢੰਗ ਨਾਲ ਪੀਕ ਤੇ ਸੀ, ਜਿਸ ਢੰਗ ਨਾਲ ਇਹ ਇੱਥੋਂ ਤੱਕ ਮਸਲਾ ਆ ਗਿਆ ਸੀ ਕਿ ਹੁਣ ਲੱਗਦਾ ਸੀਗਾ ਕਿ ਨਹੀਂ ਜੀ ਇਹ ਬਸ ਕੰਮ ਹੋ ਗਿਆ, ਹੁਣ ਭਗੜੇ ਪਾਉਂਦੇ ਕਿਸਾਨ ਜਿਹੜੇ ਵਾਪਸ ਆਉਣਗੇ, ਇਹ ਗੱਲਾਂ ਆਉਣ ਲੱਗ ਪਈਆਂ ਸੀਗੀਆਂ ਸਾਹਮਣੇ। ਪਰ ਜਿਹੜਾ 26 ਜਨਵਰੀ ਦਾ ਇੰਸੀਡੈਂਟ ਹੋਇਆ, ਭਾਵੇਂ ਉਹ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ, ਸਰਕਾਰ ਨੇ ਕਰਾਇਆ, ਬੜੀ ਲੰਮੀ ਚੌੜੀ ਗੱਲ ਆਪਾਂ ਕੀਤੀ ਵੀ ਆ ਉੱਤੇ, ਠੀਕ ਹੈ, ਉਹ ਗੱਲਾਂ ਵੱਖਰੀਆਂ ਨੇ। ਪਰ ਉਹਦੇ ਵਿੱਚ ਜੇ ਸਰਕਾਰ ਦੀ ਵੀ ਉਸ ਦੇ ਵਿੱਚ ਨੀਅਤ ਮਾੜੀ ਸੀ ਤਾਂ ਉਹਦੇ ਵਿੱਚ ਉਹ ਕਾਮਯਾਬ ਹੋਏ ਉਸ ਮਾੜੀ ਨੀਅਤ ਨੂੰ ਲਾਗੂ ਕਰਨ ਦੇ ਵਿੱਚ, ਜਿਸ ਕਰਕੇ ਕਿ ਇੱਕ ਢਾਹ ਲੱਗੀ ਅੰਦੋਲਨ ਨੂੰ। ਪਰ ਹੁਣ ਅੰਦੋਲਨ ਫੇਰ ਦੇਖੋ ਇੰਨੀ ਗਰਮੀ ਦੇ ਵਿੱਚ ਫੇਰ ਜ਼ੋਰ ਫੜਦਾ ਜਾ ਰਿਹਾ, ਫਿਰ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਰਹੇ ਨੇ, ਵੱਖ-ਵੱਖ ਥਾਵਾਂ ਟ੍ਰੇਨ ਦੇ ਵਿੱਚ, ਟਰਾਲੀਆਂ ਦੇ ਵਿੱਚ ਉੱਥੇ ਭਰ ਕੇ ਜਾ ਰਹੇ ਨੇ ਜੀ। ਰਾਜੇਸ਼ ਬਿਲਕੁਲ ਆਪਣੇ ਨਾਲ ਢਿੱਲੋਂ ਜੀ ਵੀ ਜੁੜੇ ਹੋਏ ਨੇ। ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਸ਼ੈਰੀ ਜੀ ਤੇ ਰਾਜੇਸ਼ ਗਿੱਲ ਜੀ, ਸਤਿ ਸ਼੍ਰੀ ਅਕਾਲ ਤੇ ਆਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਸੁਣ ਰਹੀ ਸੀ ਤੁਹਾਡਾ ਇਹ ਜਿਹੜਾ ਟੌਪਿਕ ਚੱਲ ਰਿਹਾ ਜੀ। ਜਿੱਦਾਂ ਹੁਣ ਤੋਮਰ ਸਾਹਿਬ ਦਾ ਉਹਨਾਂ ਨੇ ਫਿਰ ਕੀਤੀ ਹੈ ਨਾ ਮੀਟਿੰਗ ਕਰਕੇ, ਤੇ ਉਹੀ ਉਹਨਾਂ ਦਾ ਸੇਮ ਕਿ ਅਸੀਂ ਤਾਂ ਇਹ ਸਮਝਦੇ ਹਾਂ ਵੀ ਜਿਹੜੇ ਇਹ ਲੋਕ ਹੈਗੇ ਨੇ ਇਹ ਤਾਂ ਸਰਕਾਰੀ ਤੋਤੇ ਨੇ, ਠੀਕ ਹੈ ਨਾ, ਜਿੱਦਾਂ ਇਹਨਾਂ ਨੂੰ ਪਿੱਛੋਂ ਆਉਂਦਾ ਉਸੇ ਤਰ੍ਹਾਂ ਇਹਨਾਂ ਨੇ ਬੋਲਣਾ, ਕਿਉਂਕਿ ਇਹਨਾਂ ਨੂੰ ਪਬਲਿਕ ਦੇ ਨਾਲ ਕੋਈ ਸਿੰਪੈਥੀ ਨਹੀਂ ਹੈਗੀ। ਤੇ ਬਾਕੀ ਇਹੀ ਹੈ ਵੀ ਜਿੱਦਾਂ ਪਹਿਲੇ ਜਿਹੜੇ ਕਾਲਰ ਸੀ ਉਹਨਾਂ ਨੇ ਇਹੀ ਕਿਹਾ ਵੀ ਕੀ ਸਟ੍ਰੈਟਜੀ ਹੈਗੀ ਇਹਨਾਂ ਦੀ ਕਿਸਾਨਾਂ ਦੀ, ਅੱਗੇ ਅਸੀਂ ਇਹਨਾਂ ਦੀ ਦਾਦ ਦਿੰਦੇ ਕਿ ਬੜੀ ਸ਼ਾਂਤੀ ਨਾਲ ਇਹਨਾਂ ਚ ਇਹਨਾਂ ਨੇ ਕੀਤਾ ਹੈ ਨਾ, ਹੁਣ ਇੱਥੋਂ ਤੱਕ ਲਿਆਂਦਾ ਹੈ। ਬਿਲਕੁਲ। ਨਹੀਂ, ਮੇਰੇ ਹਿਸਾਬ ਨਾਲ ਇਹੀ ਹੈ ਵੀ ਜਿਸ ਤਰ੍ਹਾਂ ਇਹਨਾਂ ਨੇ ਕੈਲਕਟਾ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਕੀਤਾ, ਉਹਦੇ ਨਾਲ ਫਰਕ ਪਿਆ ਬਹੁਤ ਜ਼ਿਆਦਾ ਨਾ, ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਤੇ ਇਸ ਹਿਸਾਬ ਨਾਲ ਜੇ ਯੂਪੀ ਚ ਵੀ ਜਾ ਕੇ ਆਪਣਾ ਕਰਨ, ਲੋਕਾਂ ਨੂੰ ਅਵੇਅਰ ਕਰਨ, ਪੰਜਾਬ ਵਿੱਚ ਵੀ ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਕਰਨ, ਤਾਂ ਕਿ ਇਹਨਾਂ ਦਾ ਸੁਫੜਾ ਸਾਫ਼ ਹੋਵੇ ਤੇ ਇਹਨਾਂ ਨੂੰ ਆਪਣੇ ਆਪ ਹੀ ਮਤਲਬ ਇਸ ਜਗ੍ਹਾ ਤੇ ਆਉਣਾ ਪਏ ਕਿ ਕਿਸਾਨਾਂ ਦੇ ਅੱਗੇ ਝੁਕ ਜਾਣ ਨਾ। ਜੀ ਬਿਲਕੁਲ। ਮੈਂ ਇਹਦੇ ਬਾਰੇ ਰਾਜੇਸ਼ ਜੀ ਤੋਂ ਪੁੱਛਣਾ ਚਾਹੁੰਦੀ ਵੀ ਗਰਾਊਂਡ ਲੈਵਲ ਤੇ ਜਾਂਦੇ ਆ ਤੇ ਕੀ ਸਿਚੁਏਸ਼ਨ ਹੈਗੀ ਹੈ, ਵੀ ਏਦਾਂ ਦਾ ਹੈ ਵੀ ਲੋਕ ਲੱਗਦਾ ਤਾਂ ਹੈ ਵੀ ਅਵੇਅਰ ਹੋਏ ਨੇ, ਇਹਨਾਂ ਨੂੰ ਮੂੰਹ ਨਹੀਂ ਲਾਣਗੇ, ਪਰ ਫਿਰ ਵੀ ਇਹਨਾਂ ਨੂੰ ਜ਼ਿਆਦਾ ਬੈਟਰ ਸਾਡੇ ਨਾਲੋਂ ਪਤਾ ਹੈ ਤੇ ਸਾਨੂੰ ਪਲੀਜ਼ ਦੱਸਣ ਇਹਦੇ ਬਾਰੇ, ਹੈ ਨਾ। ਜੀ ਬਿਲਕੁਲ ਜੀ, ਇਹੀ ਸਲਾਹ ਹੈਗੀ ਹੈ। ਬਿਲਕੁਲ। ਚਲੋ ਜੀ, ਥੈਂਕ ਯੂ ਸੋ ਮਚ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਚਲੋ ਜੀ, ਥੈਂਕ ਯੂ ਸੋ ਮਚ ਜੀ। ਰਾਜੇਸ਼ ਜੀ, ਢਿੱਲੋਂ ਜੀ ਨੇ ਜਿਸ ਤਰੀਕੇ ਨਾਲ ਸਵਾਲ ਕੀਤਾ, ਵਾਜਿਬ ਸਵਾਲ ਹੈ ਇਹਨਾਂ ਦਾ ਵੀ ਕਿ ਅਵੇਅਰਨੈਸ ਜਿਹੜੀ ਹੈ ਵਾਕਈ ਲੋਕਾਂ ਦੇ ਵਿੱਚ ਹੋਈ ਹੈ। ਯਕੀਨਨ ਅਸੀਂ ਹਮੇਸ਼ਾ ਇਹੀ ਗੱਲ ਕਰਦੇ ਆ ਰਾਜੇਸ਼ ਜੀ ਕਿ ਜਿਹੜੇ ਸਾਡੇ ਵੋਟਰ ਹੁੰਦੇ ਨੇ ਨਾ, ਇਹ ਬੜੇ ਸੈਂਸਿਟਿਵ ਨੇ, ਇੰਨੇ ਸੈਂਸਿਟਿਵ ਨੇ ਕਿ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ, ਕਿਸਾਨ ਅੰਦੋਲਨ ਹੈ ਜਾਂ ਚਾਹੇ ਕੋਈ ਵੀ ਵੱਡਾ ਤੋਂ ਵੱਡਾ ਮੁੱਦਾ, ਕਰੋਨਾ ਵਾਇਰਸ ਦਾ ਇਸ਼ੂ ਬਹੁਤ ਵੱਡਾ ਹੈਗਾ ਇਸ ਵੇਲੇ, ਬਿਮਾਰੀਆਂ ਨਾਲ ਕਿਸ ਤਰੀਕੇ ਨਾਲ ਸਰਕਾਰ ਨੇ ਜਿਹੜਾ ਲੋਕਾਂ ਨੂੰ ਵਾਂਝਾ ਰੱਖਿਆ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਸੀ, ਤਮਾਮ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ। ਪਰ ਇਹ ਸਾਡਾ ਸੈਂਸਿਟਿਵ ਜਿਹੜਾ ਵੋਟਰ ਹੈ ਨਾ, ਇਹ ਜਦੋਂ ਵੋਟਾਂ ਦਾ ਸਮਾਂ ਨਜ਼ਦੀਕ ਆਉਂਦਾ ਹੈ, ਪਤਾ ਨਹੀਂ ਕਿਉਂ ਉਹ ਸੈਂਸਿਟਿਵਿਟੀ ਹੋਰ ਹੀ ਜ਼ਿਆਦਾ ਓਵਰ ਸੈਂਸਿਟਿਵ ਹੋ ਜਾਂਦੀ ਹੈ ਕਿ ਸ਼ਾਇਦ ਉਹ ਸਮਝ ਨਹੀਂ ਪਾਉਂਦੇ ਵੀ ਹੁਣ ਕਰਨਾ ਕੀ ਹੈ। ਤੇ ਸਰਕਾਰ ਚੁਣਨ ਵੇਲੇ ਸ਼ਾਇਦ ਉਸ ਤਰੀਕੇ ਨਾਲ ਸਰਕਾਰ ਨਹੀਂ ਚੁਣੀ ਜਾਂਦੀ ਜਿਵੇਂ ਕਿ ਲੋਕ ਮੁੱਦਿਆਂ ਦੇ ਉੱਤੇ ਜ਼ੋਰਾਂ ਸ਼ੋਰਾਂ ਦੇ ਨਾਲ ਬੋਲਦੇ ਨੇ ਜਾਂ ਲੋਕਾਂ ਦੇ ਉੱਤੇ ਜਿਹੜੀ ਪਰੇਸ਼ਾਨੀ ਆਉਂਦੀ ਹੈ ਲੋਕ ਉਹਨੂੰ ਸਮਝਦੇ ਨੇ। ਇਹ ਵੋਟਰ ਦਾ ਜਿਹੜਾ ਇਹ ਰਵੱਈਆ ਹੈ, ਇਹ ਇਲੈਕਸ਼ਨ ਟਾਈਮ ਜਿਹੜਾ ਚੇਂਜ ਕਿਉਂ ਹੋ ਜਾਂਦਾ ਹੈ? ਹੁਣ ਅੱਗੇ ਕੀ ਲੱਗਦਾ ਹੈ, ਜਿਵੇਂ ਢਿੱਲੋਂ ਜੀ ਨੇ ਸਵਾਲ ਕੀਤਾ ਵੀ ਲੋਕਾਂ ਦੇ ਵਿੱਚ ਹੁਣ ਅਵੇਅਰਨੈਸ ਹੈਗੀ ਹੈ ਵੀ ਕੀ ਹਾਲਾਤ ਬਣੇ ਹੋਏ ਨੇ, ਵੀ ਅੱਗੇ ਜਿਹੜੀ ਹੈ ਇਹ ਸਰਕਾਰ ਸਾਡੇ ਲਈ ਕੁਝ ਕਰ ਸਕਦੀ ਹੈ ਜਾਂ ਨਹੀਂ, ਇੱਦਾਂ ਦੀ ਅਵੇਅਰਨੈਸ ਹੈ? ਦੇਖੋ ਸ਼ਹਿਰੀ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਹੈ ਕਿ ਸਾਡਾ ਜਿਹੜਾ ਇੱਕ ਕੰਸੀਵ ਕੀਤਾ ਗਿਆ ਸੀ ਨਾ, ਇੱਕ ਫੈਡਰਲ ਢਾਂਚਾ ਕੰਸੀਵ ਕੀਤਾ ਗਿਆ ਸੀ ਕਿ ਜਿਹੜਾ ਸੈਂਟਰ ਦੀ ਜਿਹੜੀਆਂ ਪਾਵਰਸ ਵੱਖਰੀਆਂ, ਸਟੇਟ ਦੀਆਂ ਪਾਵਰਸ ਵੱਖਰੀਆਂ, ਔਰ ਹਾਲਾਂਕਿ ਜ਼ਿਆਦਾ ਪਾਵਰ ਸਟੇਟ ਨੂੰ ਨਹੀਂ, ਪਰ ਸਟੇਟਸ ਨੂੰ ਜ਼ਿਆਦਾ ਪਾਵਰਸ ਜਿਹੜੀਆਂ ਦੇਣੀਆਂ ਚਾਹੀਦੀਆਂ, ਉਹ ਜ਼ਿਆਦਾ ਪਾਵਰ ਜਿਹੜੀਆਂ ਉਹ ਸੈਂਟਰ ਕੋਲ ਪਾਵਰਸ ਨੇ। ਔਰ ਉਹ ਚੀਜ਼ ਜਿਹੜੀ ਆ ਉਹ ਹੁਣ ਪੋਲੀਟੀਕਲ ਪਾਰਟੀਆਂ ਦੇ ਵਿੱਚ ਲਾਗੂ ਹੈ, ਜਿੱਦਾਂ ਬੀਜੇਪੀ ਆ। ਦੇਖੋ ਬੀਜੇਪੀ ਦੀ ਜੇ ਆਪਾਂ ਗੱਲ ਕਰੀਏ, ਬੀਜੇਪੀ ਚਲੋ ਠੀਕ ਆ, ਨਰਿੰਦਰ ਮੋਦੀ ਇੱਕ ਪਾਰਟੀ ਹੈ, ਇੱਕ ਨੈਸ਼ਨਲ ਪਾਰਟੀ ਆ, ਕਾਂਗਰਸ ਹੈ ਇੱਕ ਨੈਸ਼ਨਲ ਪਾਰਟੀ ਆ, ਪਰ ਜੇ ਇੱਕ ਵੋਟਰ, ਤੁਸੀਂ ਵੋਟਰ ਦੀ ਗੱਲ ਕਰ ਰਹੇ ਸੀ, ਵੋਟਰ ਆਪਣੀ ਸਟੇਟ ਦਾ, ਆਪਣੇ ਸ਼ਹਿਰ ਦਾ ਹਿੱਤ ਵੇਖਦਾ, ਤੇ ਇਹ ਜਿਹੜੀਆਂ ਪਾਰਟੀ ਨੇ, ਜੇ ਇੱਕ ਸਟੇਟ ਦੇ ਵਿੱਚ ਪਾਰਟੀ ਵਿਚਰ ਰਹੀ ਆ, ਜੇ ਮੈਂ ਬੀਜੇਪੀ ਦੀ ਗੱਲ ਕਰਾਂ, ਅੱਜ ਬੀਜੇਪੀ ਦੇ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਚਮਚਾਗਿਰੀ ਕਰਦੇ ਨੇ ਆਪਣੇ ਸੈਂਟਰ ਦੇ ਲੀਡਰ ਦੀ, ਠੀਕ ਹੈ ਜੀ, ਉਹਨਾਂ ਦੇ ਜੋ ਉਹਨਾਂ ਨੇ ਕਿਹਾ ਉਹਦੇ ਤੇ ਚੱਲਣਾ। ਕੀ ਜੇ ਬੀਜੇਪੀ ਦੇ ਸਟੇਟ ਦੇ ਸਾਰੇ ਲੀਡਰ ਇਕੱਠੇ ਹੋ ਕੇ ਸੈਂਟਰ ਦੇ ਆਪਣੇ ਲੀਡਰਾਂ ਨੂੰ ਕਹਿੰਦੇ, ਸਹੀ ਪੰਜਾਬ ਦੀ ਨੁਮਾਇੰਦਗੀ ਕਰਦੇ, ਉਹਨਾਂ ਨੂੰ ਕਹਿੰਦੇ ਜੀ ਵੀ ਤੁਸੀਂ ਕਾਨੂੰਨ ਕਿਉਂ ਥੋਪ ਰਹੇ ਹੋ, ਸਾਡਾ ਪੰਜਾਬ ਦੇ ਵਿੱਚ ਜੀਣਾ ਹਰਾਮ ਹੋ ਜਾਣਾ, ਅਸੀਂ ਪੰਜਾਬ ਦੇ ਵਿੱਚ ਜਿਹੜੇ ਨਹੀਂ ਸਰਵਾਈਵ ਕਰਾਂਗੇ, ਸਾਡੀ ਸਿਆਸਤ ਇੱਥੋਂ ਖਤਮ ਹੋ ਜਾਣੀ ਆ, ਜਿਹੜੀਆਂ ਚੀਜ਼ਾਂ ਹੋ ਰਹੀਆਂ ਨਜ਼ਰ ਆ ਰਹੀਆਂ, ਉਹ ਚੀਜ਼ਾਂ ਜੇ ਮਿਲ ਕੇ ਕਹਿੰਦੇ ਤਾਂ ਹੋ ਸਕਦਾ ਕੋਈ ਮਸਲਾ ਹੱਲ ਹੋ ਜਾਂਦਾ। ਇਸੇ ਤਰੀਕੇ ਨਾਲ ਯੂਪੀ ਦੇ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਇਕੱਠੇ ਹੋ ਕੇ ਮਿਲ ਕੇ ਕਹਿੰਦੇ ਕਿ ਲਓ ਜੀ ਸਾਡੀ ਸਟੇਟ ਦੇ ਵਿੱਚ ਇਹਦਾ ਆ ਅਸਰ ਪੈ ਰਿਹਾ। ਹਰਿਆਣਾ ਜਿਹਨੇ ਸਭ ਤੋਂ ਵੱਧ ਚਮਚਾਗਿਰੀ ਜਿਹੜੀ ਦਿਖਾਈ ਹੈ, ਉਹ ਜਾ ਕੇ ਕਹਿੰਦੇ ਲਓ ਜੀ ਦੇਖੋ ਸਾਡੀ ਸਟੇਟ ਦੇ ਵਿੱਚ ਇਹ ਆਹ ਜਿਹੜੀਆਂ ਚੀਜ਼ਾਂ ਜੇ ਹੋ ਰਹੀਆਂ, ਜੇ ਕਾਨੂੰਨ ਲਾਗੂ ਜ਼ਬਰਦਸਤੀ ਧੱਕੇ ਨਾਲ ਤੁਸੀਂ ਕਰੋਗੇ ਤੇ ਸਾਡਾ ਤਾਂ ਇੱਥੇ ਜੀਣਾ ਹਰਾਮ ਹੋ ਜਾਏਗਾ। ਇਹ ਥਾਂ ਤੇ ਸਾਨੂੰ ਕਿੱਥੇ ਆਪਾਂ ਬੋਡੀਗਾਰਡ ਲੈ ਕੇ ਤੁਰੇ ਫਿਰਾਂਗੇ, ਔਰ ਸਾਨੂੰ ਸਿਆਸਤ ਦੇ ਵਿੱਚ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ। ਇਲੈਕਸ਼ਨਾਂ 'ਚ ਕੀ ਹਾਲ ਹੋਣਾ ਉਹ ਸਾਰਿਆਂ ਨੂੰ ਪਤਾ ਹੈ। ਇਹ ਚੀਜ਼ਾਂ ਜੇ ਹੋ ਜਾਂਦੀਆਂ ਬਾਈ ਚਾਂਸ, ਜੇ ਮਤਲਬ ਸਹੀ, ਜੇ ਇਹਦੇ ਵਿੱਚ ਸਿਆਸਤ ਦੇ ਵਿੱਚ ਵੀ ਫੈਡਰਲਿਜ਼ਮ ਜਿਹੜਾ ਆ ਜਾਂਦਾ, ਤਾਂ ਫਿਰ ਮੈਂ ਸਮਝਦਾ ਕਿ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਸੀ। ਇੱਕ ਵੋਟਰ ਦੀ ਸੋਚ ਲੈ ਕੇ ਜੇ ਸਿਆਸੀ ਲੀਡਰ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਜੇ ਅੱਗੇ ਆਉਂਦੇ, ਜੇ ਅੱਗੇ ਆ ਕੇ ਕੰਮ ਕਰਦੇ, ਤਾਂ ਮੇਰੇ ਖਿਆਲ 'ਚ ਇਹ ਮਸਲਾ ਕਦ ਦਾ ਹੱਲ ਹੋ ਜਾਣਾ ਸੀ। ਹੁਣ ਇੱਥੇ ਦੇਖੋ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਲੀਡਰ ਨੇ ਉਹ ਕੀ ਕੁਝ ਬੋਲਦੇ ਨੇ, ਕਿਵੇਂ ਬੋਲਦੇ ਨੇ,
ਆਪਣੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਕਿਵੇਂ ਬੋਲਦੇ ਨੇ ਔਰ ਨਰਿੰਦਰ ਮੋਦੀ ਦੇ ਜਾਂ ਹੋਰਨਾਂ ਲੀਡਰਾਂ ਦੇ ਕਿਵੇਂ ਗੁਣਗਾਨ ਕਰਦੇ ਨੇ, ਤੁਸੀਂ ਵੇਖ ਹੀ ਰਹੇ ਹੋ ਨਾ ਸਾਹਮਣੇ, ਔਰ ਉਹਨਾਂ ਦੇ ਹਾਲਾਤ ਕੀ ਬਣ ਰਹੇ ਨੇ ਇਹ ਵੀ ਤੁਸੀਂ ਦੇਖ ਰਹੇ ਹੋ। ਬਸ ਇਹ ਚੀਜ਼ ਜ਼ਰੂਰੀ ਸੀ ਕਿ ਜੇ ਕਿਤੇ ਆਪਣੀ ਸਟੇਟ ਨੂੰ ਆਪਣਾ ਸਮਝ ਕੇ ਪਾਰਟੀ ਨੂੰ ਇੱਕ ਪਾਸੇ ਰੱਖ ਕੇ ਉਹਦੇ ਹਿੱਤ ਦੇ ਵਿੱਚ ਕੰਮ ਕਰਦੇ ਤਾਂ ਕੋਈ ਨਾ ਕੋਈ ਨਤੀਜੇ ਸਾਹਮਣੇ ਆਉਣਾ ਸੀ, ਵੋਟਰ ਵੀ ਖੁਸ਼ ਹੋਣਾ ਸੀ, ਲੀਡਰ ਵੀ ਖੁਸ਼ ਹੋਣਾ ਸੀ, ਕਿਸਾਨ ਵੀ ਖੁਸ਼ ਹੋਣੇ ਸੀ। ਬਿਲਕੁਲ, ਮੇਰੀ ਕਾਲ ਆ ਰਹੀ ਸੀ ਇੱਕ ਰਾਜੇਸ਼ ਜੀ, ਫਿਲਹਾਲ ਤਾਂ ਉਹ ਕਾਲ ਕੱਟੀ ਗਈ ਹੈ, ਸੋ ਮੈਂ ਕਾਲਰਸ ਮੈਂ ਕਾਲਰਸ ਨੂੰ ਇਹ ਕਹਿਣਾ ਚਾਹਾਂਗੀ ਕਿ ਕਈ ਵਾਰੀ ਸਾਨੂੰ ਗੱਲ ਕੰਪਲੀਟ ਕਰਨ ਲਈ ਥੋੜਾ ਜਿਹਾ ਡਿਲੇ ਹੋਣਾ ਪੈਂਦਾ, ਗੱਲ ਕੰਪਲੀਟ ਹੋਣ ਦਾ ਸੀ ਥੋੜਾ ਇੰਤਜ਼ਾਰ ਕਰਦੇ ਹਾਂ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਐਨੀਵੇ ਰਾਜੇਸ਼ ਜੀ, ਇੱਕ ਫੋਟੋ ਵੀ ਸ਼ਾਇਦ ਸਾਹਮਣੇ ਆਈ ਹੈ ਕਿ ਰਾਕੇਸ਼ ਟਕੈਤ ਜਿਹੜੇ ਹੈਗੇ ਨੇ ਉਹ ਮਮਤਾ ਬੈਨਰਜੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ, ਸ਼ਾਇਦ ਵੈਸਟ ਬੰਗਾਲ ਦੇ ਵਿੱਚ ਉਹ ਪਹੁੰਚੇ ਹੋਏ ਨੇ। ਸੋ ਅੱਗੇ ਕੀ ਕੋਈ ਇੱਦਾਂ ਦੀ ਹੈਲਪ ਮੰਗੀ ਜਾ ਰਹੀ ਹੈ, ਦੀਦੀ ਇਹਦੇ ਵਿੱਚ ਉਹਨਾਂ ਦੀ ਕੋਈ ਹੈਲਪ ਕਰ ਸਕਦੇ ਨੇ, ਇਸ ਤੇ ਗੱਲ ਕਰਾਂਗੇ। ਕਾਲਰ ਨਾਲ ਜੁੜ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਮੈਂ ਕਮੈਂਟ ਕਰਨਾ ਚਾਹੁੰਦਾ ਸ਼ੋਅ ਚੱਲ ਰਿਹਾ ਤੁਹਾਡਾ। ਜੀ ਬਿਲਕੁਲ ਜੀ, ਕਰ ਸਕਦੇ ਹੋ। ਹਾਂਜੀ ਹਾਂਜੀ ਸਰ, ਬੋਲ ਸਕਦੇ ਹੋ ਜੀ। ਜੀ ਹਾਂਜੀ ਸਰ। ਹਾਂਜੀ ਸਰ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ, ਤੁਸੀਂ ਬੋਲ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਰਿੰਦਰ ਟੋਟਾ ਹੈ। ਠੀਕ ਹੈ ਸੁਰਿੰਦਰ ਜੀ। ਪੰਜਾਬ ਵਿੱਚ ਪੋਲੀਟੀਕਲ ਵੈਕਿਊਮ ਬਹੁਤ ਜ਼ਿਆਦਾ ਆ ਗਿਆ ਕਿ ਮਮਤਾ ਬੈਨਰਜੀ ਆ ਜਾਵੇ ਪੰਜਾਬ ਯੂਪੀ ਵਿੱਚ ਤੇ ਮੇਰਾ ਕੋਲ ਕਾਫੀ ਪ੍ਰੋਬਲਮ ਦਾ ਹੱਲ ਹੋ ਸਕਦਾ। ਤੇ ਸੈਕੰਡ ਜੇ ਪੰਜਾਬ ਹਰਿਆਣਾ ਇਕੱਠਾ ਹੋ ਜਾਏ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਂਦੀਆਂ ਜੀ। ਪੰਜਾਬ ਹਰਿਆਣਾ ਸ਼ੁੱਡ ਬੀ ਵਨ ਸਟੇਟ ਅਗੇਨ। ਬਿਲਕੁਲ, ਥੈਂਕ ਯੂ ਜੀ ਸਰ, ਥੈਂਕ ਯੂ ਜੀ। ਜੀ ਰਾਜੇਸ਼ ਜੀ, ਮਮਤਾ ਬੈਨਰਜੀ ਤੇ ਹੀ ਆਪਾਂ ਗੱਲ ਕਰ ਰਹੇ ਸੀਗੇ, ਕੀ ਲੱਗਦਾ ਅੱਗੇ ਉਹਨਾਂ ਦੀ ਹੁਣ ਹੈਲਪ ਲਈ ਜਾਏਗੀ? ਦੇਖੋ ਬਿਲਕੁਲ, ਜਿਹੜਾ ਰਾਕੇਸ਼ ਟਕੈਤ ਅਜਿਹੇ ਪਰਿਵਾਰ ਦੇ ਵਿੱਚੋਂ ਆ ਜਿਹਦਾ ਕਿ ਬਹੁਤ ਨਾਮਨਾ ਹੈ ਕਿਸਾਨੀ ਦੇ ਵਿੱਚ, ਕਿਸਾਨੀ ਆਗੂ ਹੋਣ ਦੇ ਕਾਰਨ ਬਹੁਤ ਜ਼ਿਆਦਾ ਵੱਡੇ ਵੱਡੇ ਮੋਰਚੇ ਲਾਉਣ ਦੀ ਜਿਹੜਾ ਉਸ ਪਰਿਵਾਰ ਦੇ ਵਿੱਚੋਂ ਸ਼ਾਮਿਲ ਹੈ। ਤੇ ਇੱਕ ਸ਼ੁਮਾਰ ਹੁੰਦਾ ਹੈ ਨਾ ਸਿਆਸੀ ਲੋਕਾਂ ਦੇ ਨਾਲ, ਜਿਹੜਾ ਵਾ ਉਹ ਵੀ ਨਾ ਸ਼ੁਮਾਰ ਹੁੰਦਾ ਹੈ। ਪਰ ਆਹ ਦਾ ਜਿਹੜਾ ਰਾਕੇਸ਼ ਟਕੈਤ ਦੀ ਮੁਲਾਕਾਤ ਦਾ ਜਿਹੜਾ ਵਾ ਸਿਲਸਿਲਾ ਵਾ, ਇਸ ਦੇ ਉੱਤੇ ਦੇਖੋ ਕਈ ਇਤਰਾਜ਼ ਵੀ ਨੇ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਸਨੂੰ ਸਿਆਸਤ ਤੋਂ ਬਿਲਕੁਲ ਵੱਖ ਰੱਖਿਆ ਗਿਆ ਹੈ। ਹਮੇਸ਼ਾ ਇਹ ਕੋਸ਼ਿਸ਼ ਹੋਈ ਹੈ, ਬਹੁਤ ਸਾਰੇ ਸਿਆਸੀ ਆਗੂ ਜਿਹੜੇ ਆ ਉਹ ਸਟੇਜਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ, ਉਹਨਾਂ ਨਾਲ ਕੀ ਹਾਲਾਤ ਬਣੇ, ਉਹਨਾਂ ਨੂੰ ਖਦੇੜਿਆ ਗਿਆ, ਉੱਥੋਂ ਕਿਵੇਂ ਭਜਾਇਆ ਗਿਆ। ਔਰ ਹੁਣ ਜਦੋਂ ਤੁਸੀਂ ਆਪ ਹੀ ਕਿਸੇ ਸਿਆਸੀ ਲੀਡਰ ਕੋ, ਭਾਵੇਂ ਉਹ ਕਿਤੇ ਵੀ ਕਰਦਾ ਹੈ, ਭਾਵੇਂ ਉਹ ਤੁਹਾਡੇ ਕਿੰਨੀ ਵੀ ਫੇਵਰ ਚ ਹੋਵੇ, ਉਹਦੇ ਕੋਲ ਜਦੋਂ ਪਹੁੰਚਦੇ ਹੋ, ਉਹਦੇ ਕੋਲ ਪਹੁੰਚ ਕਰਦੇ ਹੋ, ਤਾਂ ਆਪਣੇ ਆਪ ਇਸ ਅੰਦੋਲਨ ਨੂੰ ਸਿਆਸਤ ਦੀ ਗੋਦ ਦੇ ਵਿੱਚ ਪਾਉਣ ਵਾਲੀ ਗੱਲ ਜਿਹੜੀ ਆ ਉਹ ਕਹੀ ਜਾ ਰਹੀ ਹੈ। ਬਹੁਤ ਸਾਰੇ ਕਿਸਾਨ ਆਗੂ ਵੀ ਜਿਹੜੇ ਇੱਥੋਂ ਤੱਕ ਇਸ ਗੱਲ ਦੀ ਮੁਖਾਲਫਤ ਕਰਦੇ ਨਜ਼ਰ ਆ ਰਹੇ ਨੇ, ਔਰ ਜ਼ਾਹਿਰ ਤੌਰ ਤੇ ਇਸ ਦਾ ਇੱਕ ਵਿੱਚ ਦਾ ਰਸਤਾ ਲੱਭਣਾ ਪਏਗਾ, ਕਿਉਂਕਿ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਸ ਦਾ ਇਹ ਲੱਗੇ ਕਿ ਕੋਈ ਸਿਆਸੀਕਰਨ ਹੋ ਰਿਹਾ ਜਾਂ ਕੋਈ ਅਜਿਹੀ ਚੀਜ਼ ਸਾਹਮਣੇ ਆ ਰਹੀ ਹੈ ਜਿਸ ਤੋਂ ਬਚਦਾ ਆ ਰਿਹਾ ਕਿਸਾਨੀ ਅੰਦੋਲਨ, ਖਾਸ ਤੌਰ ਤੇ ਸੰਯੁਕਤ ਮੋਰਚਾ ਜਿਹੜਾ ਉਹ ਬਚਦਾ ਆ ਰਿਹਾ ਇਸ ਚੀਜ਼ ਤੋਂ ਕਿ ਇਸ ਚੀਜ਼ ਦਾ ਸਿਆਸੀਕਰਨ ਨਾ ਹੋਵੇ, ਕਿਤੇ ਉਸ ਪਾਸੇ ਵੱਲ ਗੱਲ ਤੁਰਦੀ ਨਜ਼ਰ ਨਾ ਆਏ। ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਪਵੇ। ਜੀ ਰਾਜੇਸ਼, ਹੁਣ ਅੱਗੇ ਦੀ ਕੀ ਲੱਗਦੀ ਹੈ? ਹੁਣ ਕਿਸਾਨ ਕੋਈ ਤਾਰੀਖ ਮੁਕਰਰ ਕਰਨਗੇ ਸਰਕਾਰ ਦੇ ਨਾਲ ਮਿਲ ਕੇ ਮੁਲਾਕਾਤ ਦੇ, ਲੱਗਦੇ ਅੱਗੇ ਅਸਾਰ, ਜਾਂ ਫਿਰ ਸਰਕਾਰ ਨੇ ਜਿਹੜਾ ਇਸ਼ਾਰਾ ਦੇ ਦਿੱਤਾ ਹੈ ਕਿ ਕੋਈ ਅਮੈਂਡਮੈਂਟ ਜਿਹੜੀ ਹੈ ਉਹ ਤਾਂ ਹੋ ਸਕਦੀ ਪਰ ਰੱਦ ਨਹੀਂ ਹੋਣਗੇ, ਤੇ ਕਿਸਾਨਾਂ ਨੇ ਆਪਣੇ ਤੌਰ ਦੇ ਉੱਤੇ ਇੱਕ ਗੱਲ ਕਹਿ ਦਿੱਤੀ ਹੈ ਵੀ ਅਸੀਂ ਜੇ ਮੁਲਾਕਾਤ ਕਰਨੀ ਹੈ ਤਾਂ ਅਸੀਂ ਸਿਰਫ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਰਨੀ ਹੈ। ਐਂਡ ਸੈਕੰਡ ਥਿੰਗ ਰਾਜੇਸ਼ ਜੀ, ਝੋਨੇ ਦੇ ਭਾਅ ਦੇ ਵਿੱਚ ਵੀ ਕੋਈ ਚੇਂਜਸ ਅੱਜ ਕੀਤੇ ਗਏ ਨੇ, ਉਹ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੇ ਨੇ, ਕਿਸਾਨ ਉਹਦੇ ਤੋਂ ਵੀ ਨਿਰਾਸ਼ ਨਜ਼ਰ ਆ ਰਹੇ ਨੇ, ਉਹਦੇ ਸੰਬੰਧੀ ਪਲੀਜ਼ ਅਪਡੇਟ ਨਾਲ ਦੇ ਦਿਓ। ਉਹ ਤਾਂ ਜਿਹੜਾ MSP ਦੇ ਵਿੱਚ ਜਿਹੜਾ ਕੀਤਾ ਵਾ ਇਹਨਾਂ ਨੇ ਥੋੜਾ ਜਿਹਾ ਵਾਧਾ ਕੀਤਾ, 72 ਰੁਪਏ ਦਾ ਵਾਧਾ ਕੀਤਾ, ਔਰ ਕੁਝ ਬਾਜਰੇ ਚ ਤੇ ਮੱਕੀ ਦੇ ਵਿੱਚ ਵੀ ਕੁਝ ਵਾਧਾ ਕੀਤਾ। ਹੁਣ ਜੇ 1940 ਰੁਪਏ ਦੇ ਵਿੱਚ ਝੋਨਾ ਜੇ ਦੀ ਖਰੀਦ ਹੋਏਗੀ, ਹੁਣ ਇਹ ਕਿਹਾ ਜਾ ਰਿਹਾ MSP ਦੇ ਵਿੱਚ ਵਾਧਾ ਕਰਨ ਤੋਂ ਬਾਅਦ, ਤੇ ਸਵਾਮੀਨਾਥਨ ਕਮਿਸ਼ਨ ਜਿਹੜੀ ਉਹਨੇ ਤਾਂ 4000 ਰੁਪਏ ਕਿਹਾ ਸੀਗਾ, ਇਹ ਤੇ ਉਤੋਂ ਵੀ ਅੱਧੇ ਤੋਂ ਵੀ ਥੋੜਾ, ਤੇ ਜ਼ਾਹਿਰ ਤੌਰ ਤੇ ਉਹ ਗੱਲ ਤੇ ਹਜੇ ਬਣਦੀ ਨਜ਼ਰ ਨਹੀਂ ਆਈ। ਖੈਰ ਚਲੋ, ਥੋੜਾ ਵਾਧਾ ਕੀਤਾ ਗਿਆ ਹੈ, ਪਰ ਉਹ ਵਾਧਾ ਇਸ ਕਰਕੇ ਕੀਤਾ ਗਿਆ, ਦੇਖੋ ਇਹਦੇ ਪਿੱਛੇ ਸਿਆਸਤ ਇਹ ਆ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਪਾਸੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਜਿਹੜਾ ਵਾ ਅਸੀਂ ਇਸ ਕਾਨੂੰਨ ਰੱਦ ਨਹੀਂ ਕਰਾਂਗੇ, ਅਸੀਂ ਚੀਜ਼ ਜਿਹੜੀ ਆ ਅਮੈਂਡਮੈਂਟਸ ਵਾਸਤੇ ਆਪਾਂ ਤਿਆਰ ਦੀਆਂ ਗੱਲਾਂ ਪਹਿਲਾਂ ਕੀਤੀਆਂ ਜਾ ਰਹੀਆਂ ਸੀ। ਦੂਜੇ ਪਾਸੇ ਇਹ ਗੱਲ ਕਹੀ ਗਈ ਹੈ, ਦੱਸੀ ਗਈ ਹੈ ਕਿ MSP ਵਧਾਇਆ ਗਿਆ ਹੈ ਔਰ 21-22 ਵਾਸਤੇ ਉਹਨੂੰ ਲਾਗੂ ਕਰ ਦਿੱਤਾ ਗਿਆ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੀ MSP ਦਾ ਰੌਲਾ ਨਾ ਸ਼ੁਰੂ ਤੋਂ
ਕਿ MSP ਜਿਹੜੀ ਆ ਉਹ ਖਤਮ ਹੋ ਜਾਏਗੀ, MSP ਖਤਮ ਹੋ ਜਾਏਗੀ, ਮੰਡੀਆਂ ਖਤਮ ਹੋ ਜਾਣਗੀਆਂ। ਤੇ ਅਸੀਂ ਆ MSP ਵਧਾ ਕੇ 21-22 ਲਈ ਲਾਗੂ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ MSP ਖਤਮ ਨਹੀਂ ਹੋਏਗੀ, ਸਰਕਾਰ ਇਹਨੂੰ ਕੰਟੀਨਿਊ ਰੱਖੇਗੀ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਇੱਕ ਪਾਸੇ। ਦੂਜੇ ਪਾਸੇ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਦਿੱਤਾ ਗਿਆ ਕਿ ਅਸੀਂ ਜੀ ਕਾਨੂੰਨ ਜਿਹੜੇ ਆ ਰੱਦ ਨਹੀਂ ਕਰਾਂਗੇ। ਜ਼ਾਹਿਰ ਤੌਰ ਤੇ ਇੱਕ ਡੈਡਲੌਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ MSP ਜਿਹੜੀ ਆ ਉਹਨੂੰ ਕੰਟੀਨਿਊ ਰੱਖਾਂਗੇ। ਸਰਕਾਰ ਨੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ। ਤੇ ਦੂਜੇ ਪਾਸੇ ਜਿਹੜਾ ਡੈਡਲੌਕ ਹੈ ਉਹ ਬਰਕਰਾਰ ਰਹੇਗਾ। ਉਹ ਇਸ ਪ੍ਰੈਸ ਕਾਨਫਰੰਸ ਤੋਂ ਇਹ ਚੀਜ਼ ਸਾਬਤ ਹੋ ਜਾਂਦੀ ਹੈ। ਕਿਸਾਨਾਂ ਵੱਲੋਂ ਜਿਹੜੀ ਗੱਲ ਕਹੀ ਹੈ, ਦੇਖੋ ਕਿਸਾਨਾਂ ਦਾ ਜਵਾਬ ਵੀ ਤੇ ਇਹੀ ਹੈ ਕਿ ਅਸੀਂ ਕਾਨੂੰਨ ਰੱਦ ਹੋਣ ਬਾਰੇ ਜੇ ਗੱਲਬਾਤ ਹੋਏਗੀ ਤੇ ਕਰਾਂਗੇ, ਕਿਉਂਕਿ ਇੱਕ ਨੁਕਤਾ ਇੱਕ ਚੀਜ਼ ਜਿਹੜੀ ਉਹ ਸਮਝਾ ਚੁੱਕੇ ਆ, ਇੱਕ ਗੱਲ ਜਿਹੜੀ ਉਹ ਕਰ ਚੁੱਕੇ ਆ। ਹੁਣ ਵਾਰ-ਵਾਰ ਉਹ ਗੱਲਾਂ ਉਹ ਮੀਟਿੰਗਾਂ ਕਰਨ ਦਾ ਕੋਈ ਮਤਲਬ ਨਹੀਂ ਆ। ਮੀਟਿੰਗ ਦਾ ਮਤਲਬ ਦੇਖੋ, ਜੇ ਹੁਣ ਕਿਤੇ ਡੈਡਲੌਕ ਬਣਿਆ ਹੋਇਆ ਇਸ ਵੇਲੇ, ਬਹੁਤ ਵੱਡੇ ਮਸਲੇ ਜਦੋਂ ਆਪਸ ਦੇ ਵਿੱਚ ਬੈਠਦੇ ਨੇ, ਕਈ ਵਿਚਲੇ ਰਸਤੇ ਨਿਕਲ ਆਉਂਦੇ ਨੇ, ਕਈ ਗੱਲਾਂ ਨਿਕਲ ਆਉਂਦੀਆਂ ਨੇ, ਪਰ ਜਦੋਂ ਤੁਸੀਂ ਡੈਡਲੌਕ ਹੀ ਬਣਾ ਕੇ ਰੱਖਣਾ, ਜਦੋਂ ਤੁਸੀਂ ਗੱਲਬਾਤ ਲਈ ਤਿਆਰ ਹੀ ਨਹੀਂ ਹੋਣਾ, ਟੇਬਲ ਤੇ ਬੈਠਣਾ ਹੀ ਨਹੀਂ, ਤਾਂ ਫਿਰ ਹੱਲ ਕਿੱਥੋਂ ਨਿਕਲੇਗਾ? ਬਿਲਕੁਲ। ਜੇ ਪਹਿਲਾਂ ਹੀ ਤੁਸੀਂ ਸਾਫ਼ ਕਰ ਚੁੱਕੇ ਹੋ, ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਹੋ ਜੀ ਆਪਾਂ ਕਾਨੂੰਨ ਰੱਦ ਨਹੀਂ ਕਰਨੇ, ਤੁਸੀਂ ਅਮੈਂਡਮੈਂਟ ਕਰਵਾ ਲਓ, ਜਾਂ 1.5 ਸਾਲ ਦਾ ਜਿਹੜਾ ਫਾਰਮੂਲਾ ਦਿੱਤਾ ਸੀ ਉਹ ਫਾਰਮੂਲੇ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਜ਼ਾਹਿਰ ਤੌਰ ਤੇ ਜੇ ਗੱਲਬਾਤ ਹੀ ਨਹੀਂ ਹੋਏਗੀ, ਟੇਬਲ ਤੇ ਬੈਠਣਗੇ ਨਹੀਂ, ਇਹ ਡੈਡਲੌਕ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਰਹੇਗਾ ਅੱਗੇ। ਇਹ ਜਿਹੜੀ ਪ੍ਰੈਸ ਕਾਨਫਰੰਸ ਤੋਂ ਇਹ तमाम ਜਿਹੜੇ ਹੁਣ ਦੇ ਹਾਲਾਤ ਬਣੇ ਨੇ, ਹੁਣ ਦੇ ਪਹਿਲੂ ਬਣੇ ਨੇ, ਉਹ ਤੋਂ ਇਹ ਲੱਗਦਾ ਕਿ ਹਜੇ ਡੈਡਲੌਕ ਇੱਕ ਕਾਇਮ ਰਹੇਗਾ, ਜਿੰਦੇ ਤੱਕ ਕੋਈ ਸਾਰਥਕ ਸਟੈਪ ਜਿਹੜਾ ਹੈ ਉਹ ਗਵਰਨਮੈਂਟ ਵੱਲੋਂ ਸਾਹਮਣੇ ਨਹੀਂ ਆਉਂਦਾ, ਔਰ ਉਹ ਕਿਤੇ ਨਜ਼ਰ ਨਹੀਂ ਆ ਰਿਹਾ, ਹਜੇ ਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ। ਕਿਸਾਨ ਕੋਈ ਵੀ ਦੇਖੋ, ਕੋਈ ਵੀ ਕਿਸਾਨ ਉੱਠ ਕੇ ਨਹੀਂ ਕਹੇਗਾ ਜੀ ਠੀਕ ਹੈ ਜੀ ਤੁਹਾਨੂੰ ਆਹ ਗੱਲ ਨਹੀਂ, 3 ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਤੇ ਚਲੋ ਛੱਡੋ, ਆਪਾਂ ਗੱਲਬਾਤ ਕਰਨ ਨੂੰ ਤਿਆਰ ਹੈ। ਕੋਈ ਕਿਸਾਨ ਅੱਗੇ ਆਊਗਾ, ਕੋਈ ਕਿਸਾਨ ਇਸ ਤਰ੍ਹਾਂ ਦਾ ਰਿਟਨ ਡਾਕੂਮੈਂਟ ਇਹਨਾਂ ਨੂੰ ਦੇਵੇਗਾ, ਜਾਂ ਕੋਈ ਅਜਿਹੀ ਪੇਸ਼ਕਸ਼ ਕਿਸਾਨਾਂ ਵੱਲੋਂ ਹੋਏਗੀ? ਕਦੇ ਵੀ ਨਹੀਂ ਹੋਣੀ। ਸਰਕਾਰ ਸਾਫ਼ ਕਰ ਚੁੱਕੀ ਹੈ। ਤਾਂ ਜ਼ਾਹਿਰ ਤੌਰ ਤੇ ਡੈਡਲੌਕ ਬਰਕਰਾਰ ਹੈ, ਪੂਰੀ ਤਰ੍ਹਾਂ ਨਾਲ ਅਜੇ ਬਰਕਰਾਰ। ਬਿਲਕੁਲ ਰਾਜੇਸ਼ ਜੀ, ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ। ਧੰਨਵਾਦ। ਸਤਿ ਸ਼੍ਰੀ ਅਕਾਲ ਸਰ ਜੀ। ਰਾਜੇਸ਼ ਗਿੱਲ ਜੀ ਜੁੜੇ ਹੋਏ ਸੀ। तमाम ਜਿਹੜੇ ਅਪਡੇਟਸ ਆਏ ਸੀਗੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਵੀ ਕੀਤੀ, ਜਿਨ੍ਹਾਂ ਦੇ ਵਿੱਚ ਗੈਂਗਸਟਰ ਮੁੱਦਾ ਵੀ ਸੀਗਾ। ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਫਿਰ ਤੋਂ ਝੋਗਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਰਕਾਰ ਦੀ ਸਾਫ਼-ਸਾਫ਼ ਕੋਸ਼ਿਸ਼ ਨਜ਼ਰ ਆ ਰਹੀ ਹੈ ਕਿ ਕਿਤੇ ਨਾ ਕਿਤੇ ਸਿਰਫ ਖਾਨਾ ਪੂਰਤੀ ਕੀਤੀ ਗਈ ਹੈ। ਵੀ ਕਾਫੀ ਸਮੇਂ ਤੋਂ ਇਹ ਕਿਹਾ ਜਾ ਰਿਹਾ ਸੀ ਡੈਡਲੌਕ ਬਣਿਆ ਹੋਇਆ ਹੈ, ਸੋ ਕਾਨਫਰੰਸ ਤਾਂ ਕਰਨੀ ਹੈ, ਕਿਸਾਨਾਂ ਨੂੰ ਫਿਰ ਕੁਛ ਨਾ ਕੁਛ ਕਹਿ ਦਈਏ, ਪਰ ਹੱਲ ਵੱਲ ਕਿਤੇ ਵੀ ਅਜੇ ਵੀ ਜਾਂਦੀ ਸਰਕਾਰ ਨਜ਼ਰ ਨਹੀਂ ਆ ਰਹੀ। ਦੇਖਦੇ ਹਾਂ ਅੱਗੇ ਕਿੱਧਰ ਨੂੰ ਜਾਂਦਾ ਹੈ ਇਹ ਮੁੱਦਾ, ਤੇ ਅੱਗੇ ਕਿਸਾਨ ਜਿਹੜੀ ਹੈ ਆਪਣੀ ਰਣਨੀਤੀ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਉਲੀਕਦੇ ਨੇ। ਕੱਲ ਫਿਰ ਤੋਂ ਦ ਮਾਰਨਿੰਗ ਸ਼ੋਅ ਦੇ ਵਿੱਚ ਮਿਲਾਂਗੇ ਨਵੇਂ ਅਪਡੇਟਸ ਦੇ ਨਾਲ, ਨਵੇਂ ਟੌਪਿਕ ਦੇ ਨਾਲ। ਤੇ ਤੁਸੀਂ ਸਾਰੇ ਕਾਲਰਸ ਜਿਹੜੇ ਨੇ ਮੇਰੇ ਨੇ ਉਹ ਆਪਣਾ ਧਿਆਨ ਵੀ ਰੱਖਿਓ, ਤੇ ਕੱਲ ਦੇ ਸ਼ੋਅ ਦੇ ਵਿੱਚ ਨਾਲ ਜ਼ਰੂਰ ਜੁੜਿਓ, ਆਪਣੀ ਸਲਾਹ ਨਾਲ ਜ਼ਰੂਰ ਦਿੰਦੇ ਰਿਹਾ ਕਰੋ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।